मेरा नाम रमनजीत कौर है। ਅੱਜ ਅਸੀਂ ਬਲਾਕ 1 ਦਾ ਯੂਨਿਟ 1 ਕਰਾਂਗੇ ਜਿਹਦਾ ਨਾਮ ਹੈ ਮਾਰਕੀਟ ਸਟਰਕਚਰ। ਤੇ ਇਹਦੇ ਵਿੱਚ ਮਾਰਕੀਟ ਸਟਰਕਚਰਸ ਦੇ ਵਿੱਚ ਡਿਫਰੈਂਟ ਟਾਈਪਸ ਆਫ ਫਰਮਸ ਨੇ ਜਿਹੜੀਆਂ ਆਪਾਂ ਪੜਾਂਗੇ। ਇਹਦੇ ਵਿੱਚ ਡਿਫਰੈਂਟ ਟਾਈਪਸ ਆਫ ਫਰਮਸ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਪਰਫੈਕਟ ਕੰਪੀਟੀਸ਼ਨ, ਫਿਰ ਮੋਨੋਪੋਲਿਸਟਿਕ, ਫਿਰ ਇਮਪਰਫੈਕਟ ਕੰਪੀਟੀਸ਼ਨ ਦੀਆਂ ਫਰਮਸ ਜਿਹਦੇ ਅੰਡਰ ਆ ਜਾਂਦੀਆਂ ਨੇ ਮੋਨੋਪੋਲੀ, ਡਿਊਪੋਲੀ ਐਂਡ ਓਲੀਗੋਪੋਲੀ। ਠੀਕ ਹੈ, ਤੇ ਆਪਾਂ ਫਿਰ ਇਹ ਸਾਰੀਆਂ ਡਿਫਰੈਂਟ ਟਾਈਪਸ ਆਫ ਮਾਰਕੀਟਸ ਪੜਾਂਗੇ ਕਿ ਮਾਰਕੀਟ ਕਿੰਨੀਆਂ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਪ੍ਰਾਈਸ ਹੈ ਫਿਕਸ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਦੇ ਪ੍ਰੋਡਕਟ ਸੇਲ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਜਿਹੜੀਆਂ ਡਿਫਰੈਂਟ ਮਾਰਕੀਟਸ ਦੇ ਵਿੱਚ ਫਰਮਸ ਨੇ ਉਹ ਆਪਣੇ ਆਪ ਇਕੁਲਿਬਰੀਅਮ ਦੇ ਥਰੂ ਇਕੁਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਆਉਂਦੀਆਂ ਨੇ, ਆਊਟਪੁੱਟ ਕਰਦੀਆਂ ਨੇ ਤੇ ਆਪਣਾ ਪ੍ਰੋਫਿਟ ਗੇਨ ਕਰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮਾਰਕੀਟ ਹੁੰਦੀ ਕੀ ਆ। ਜਦੋਂ ਆਪਾਂ ਇੱਕ ਬਾਜ਼ਾਰ ਦੀ ਗੱਲ ਕਰਦੇ ਹਾਂ, ਬਾਜ਼ਾਰ ਦੇ ਟਾਈਪਸ ਦੀ ਗੱਲ ਕਰਦੇ ਹਾਂ, ਤਾਂ ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਮਾਰਕੀਟ ਹੁੰਦੀ ਕੀ ਆ। ਆਮ ਤੌਰ ਤੇ ਸਧਾਰਨ ਭਾਸ਼ਾ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਮਾਰਕੀਟ ਨੂੰ ਨਾਰਮਲ ਸ਼ਬਦਾਂ ਦੇ ਵਿੱਚ ਯੂਜ਼ ਕਰਦੇ ਕਿ ਮੈਂ ਮਾਰਕੀਟ ਜਾ ਰਿਹਾ, ਮੈਂ ਮਾਰਕੀਟ ਤੋਂ ਸਮਾਨ ਲੈ ਕੇ ਆਉਣਾ ਹੈ, ਠੀਕ ਹੈ, ਮੈਂ ਮਾਰਕੀਟ ਹੋ ਕੇ ਆਇਆ। ਤਾਂ ਮਾਰਕੀਟ ਹੁੰਦੀ ਕੀ ਆ? ਕਹਿੰਦੇ ਆਰਡੀਨਰੀ ਲੈਂਗੁਏਜ ਦੇ ਵਿੱਚ, ਕਹਿੰਦੇ ਟਰਮਸ ਦੇ ਵਿੱਚ ਮਾਰਕੀਟਸ ਕਹਿੰਦੇ ਕੋਈ ਪਰਟੀਕੂਲਰ ਪਲੇਸ ਨਹੀਂ ਹੈਗੀ, ਕੋਈ ਪਰਟੀਕੂਲਰ ਪਲੇਸ ਨਹੀਂ ਗੀ। ਕਹਿੰਦੇ ਜਿੱਥੇ ਵੀ ਕਹਿੰਦੇ ਸੈਲਰਸ ਤੇ ਜਿਹੜੇ ਆਪਣੇ ਬਾਇਰਸ ਨੇ ਇਕੱਠੇ ਹੋ ਜਾਂਦੇ ਨੇ ਉਹਨੂੰ ਇੱਕ ਮਾਰਕੀਟ ਦਾ ਨਾਮ ਦਿੱਤਾ ਗਿਆ ਹੈ। ਮਾਰਕੀਟ ਦੇ ਲਈ ਕਹਿੰਦੇ ਇੱਕ ਪ੍ਰੋਪਰ ਪਲੇਸ ਦਾ ਹੋਣਾ ਜ਼ਰੂਰੀ ਨਹੀਂ ਹੈ, ਮਾਰਕੀਟ ਦੇ ਲਈ ਸਿਰਫ ਬਾਇਰਸ ਤੇ ਸੈਲਰ ਦਾ ਹੋਣਾ ਜ਼ਰੂਰੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਉਹ ਕੋਈ ਵੀ ਥਾਂ ਜਿੱਥੇ ਵਸਤੂ ਨੂੰ ਵੇਚਣ ਵਾਲੇ ਹੁੰਦੇ ਨੇ ਤੇ ਵਸਤੂ ਨੂੰ ਖਰੀਦਣ ਵਾਲੇ ਹੁੰਦੇ ਨੇ, ਆਪਾਂ ਉਹਨੂੰ ਕੀ ਕਹਿ ਦਿੰਦੇ ਆ? ਮਾਰਕੀਟ ਕਹਿ ਦਿੰਦੇ ਆ ਇਨ ਦਾ ਕਾਮਨ ਲੈਂਗੁਏਜ। ਕਿ ਅਸੀਂ ਇੱਥੋਂ ਚੀਜ਼ ਖਰੀਦੀ, ਇੱਥੋਂ ਅਸੀਂ ਵੇਚੀ, ਆਹ ਚੀਜ਼ ਸਾਨੂੰ ਇੱਥੋਂ ਮਿਲ ਰਹੀ ਆ, ਠੀਕ ਹੈ, ਅਸੀਂ ਇੱਥੋਂ ਲੈਣ ਜਾਵਾਂਗੇ ਤੇ ਇੱਥੇ ਆਹ ਬੰਦਾ ਆਹ ਚੀਜ਼ ਵੇਚ ਰਿਹਾ ਹੈ, ਇੱਥੇ ਇਸ ਤਰ੍ਹਾਂ ਦੀ ਦੁਕਾਨ ਹੈ, ਦੈਟ ਇਜ਼ ਕਾਲਡ ਮਾਰਕੀਟ। ਜਿੱਥੇ ਕਿਸੇ ਵੀ ਪਲੇਸ ਤੇ ਬਾਇਰਸ ਤੇ ਸੈਲਰਸ ਕੀ ਹੁੰਦੇ ਨੇ? ਮਿਲਦੇ ਨੇ ਆਪਸ ਦੇ ਵਿੱਚ, ਗੁਡਸ ਤੇ ਮਨੀ ਨੂੰ ਐਕਸਚੇਂਜ ਕਰਦੇ ਨੇ, ਤਾਂ ਆਪਾਂ ਉਹਨੂੰ ਮਾਰਕੀਟ ਕਹਿ ਦਿੰਦੇ ਹਾਂ। ਤੇ ਕਹਿੰਦੇ ਜਦੋਂ ਕੋਈ ਵੀ ਵਸਤੂ ਆਪਾਂ ਨੇ ਲੈਣੀ ਹੈ ਜਾਂ ਵੇਚਣੀ ਹੈ ਤਾਂ ਫਿਰ ਉਹਦੇ ਲਈ ਇਹ ਜ਼ਰੂਰੀ ਨਹੀਂਗਾ ਕਿ ਆਪਣੀ ਫੇਸ ਟੂ ਫੇਸ ਅਟਰੈਕਸ਼ਨ ਹੋਵੇ, ਫੇਸ ਟੂ ਫੇਸ ਕਨੈਕਟ ਕਰੀਏ ਆਪਾਂ। ਤੁਸੀਂ ਹੁਣ ਦੇਖਦੇ ਵੀ ਹੋਵੋਗੇ ਕਿ ਤੁਸੀਂ ਆਪਣੀ ਡੇਲੀ ਲਾਈਫ ਵਿੱਚ ਬਹੁਤ ਸਾਰੀਆਂ ਗੁੱਡਸ ਬਾਏ ਕਰਦੇ ਹੋ, ਤਾਂ ਬਾਏ ਕਰਨ ਦੇ ਡਿਫਰੈਂਟ ਵੇਜ਼ ਨੇ। ਠੀਕ ਹੈ, ਤੁਸੀਂ ਥਰੂ ਨੈਟ ਜੋ ਕਿ ਹੁਣ ਆਪਣਾ ਫਾਸਟ ਵੇ ਹੈ, ਠੀਕ ਹੈ, ਆਪਾਂ ਘਰ ਬੈਠੇ ਹੀ ਆਪਣੇ ਜੋ ਵੀ ਹੈ ਵਸਤੂਆਂ ਜੋ ਗੁੱਡਸ ਨੂੰ ਆਪਾਂ ਚਾਹੀਦੀਆਂ ਨੇ ਆਪਾਂ ਉਹਨਾਂ ਨੂੰ ਆਰਡਰ ਕਰ ਦਿੰਦੇ ਹਾਂ, ਠੀਕ ਹੈ, ਆਨਲਾਈਨ ਆਰਡਰ ਕਰ ਦਿੰਦੇ ਹਾਂ। ਤਾਂ ਇਹਦੇ ਲਈ ਆਪਣੀ ਫੇਸ ਟੂ ਫੇਸ ਅਟਰੈਕਸ਼ਨ ਦਾ ਹੋਣਾ ਜ਼ਰੂਰੀ ਨਹੀਂ ਹੈਗਾ। ਆਪਾਂ ਵਿਦ ਦਾ ਹੈਲਪ ਆਫ ਟੈਲੀਫੋਨ, ਟੈਲੀਗ੍ਰਾਮ, ਫੈਕਸ, ਈਮੇਲਸ, ਲੈਟਰਸ, ਠੀਕ ਹੈ, ਐਨੀ ਜੋ ਆਪਣਾ ਇੰਟਰਮੀਡੀਏਟ ਹੈ ਉਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ? ਕਿਸੇ ਵੀ ਗੁੱਡ ਨੂੰ ਬਾਏ ਕਰ ਸਕਦੇ ਹਾਂ। ਤੇ ਸੇਲਸਮੈਨ ਆਪਾਂ ਨੂੰ ਇਸ ਦੇ ਥਰੂ ਹੀ ਕੀ ਕਰੇਗਾ? ਗੁੱਡਸ ਨੂੰ ਸੇਲ ਕਰੇਗਾ, ਗੁੱਡਸ ਨੂੰ ਡਿਲੀਵਰ ਕਰੇਗਾ। ਤਾਂ ਆਪਾਂ ਬੋਲ ਸਕਦੇ ਹਾਂ ਕਿ ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਐਮਾਜ਼ੋਨ ਤੋਂ ਗੁੱਡਸ ਨੂੰ ਬਾਏ ਕਰਦੇ ਹਾਂ, ਲੇਕਿਨ ਸਾਨੂੰ ਨਹੀਂ ਪਤਾ ਕਿ ਐਮਾਜ਼ੋਨ ਤੋਂ ਕਿਸ ਫੈਕਟਰੀ ਤੋਂ ਕਿਸ ਤਰ੍ਹਾਂ ਵੀ ਕਿੱਥੋਂ ਸਾਨੂੰ ਵਸਤੂ ਆਏਗੀ, ਲੇਕਿਨ ਸਾਡੇ ਕੋਲ ਵਸਤੂ ਪਹੁੰਚ ਜਾਂਦੀ ਹੈ। ਦਿਸ ਇਜ਼ ਅ ਡਿਫਰੈਂਟ ਵੇ ਫॉर ਬਾਇੰਗ ਅ ਗੁੱਡਸ। ਠੀਕ ਹੈ, ਆਨਲਾਈਨ ਸ਼ਾਪਿੰਗ ਹੋਗੀ। ਤਾਂ ਕਹਿ ਸਕਦੇ ਹਾਂ ਕਿ ਜਿੱਥੋਂ ਵੀ ਸਾਨੂੰ ਕੋਈ ਵੀ ਚੀਜ਼ ਮਿਲਦੀ ਹੈ ਤੇ ਕੋਈ ਜਿਸ ਚੀਜ਼ ਨੂੰ ਸੇਲ ਕਰਦਾ ਹੈ, ਠੀਕ ਹੈ, ਐਨੀ ਪਲੇਸ ਹੋ ਸਕਦੀ ਹੈ ਜਿੱਥੇ ਵਸਤੂਆਂ ਦਾ ਐਕਸਚੇਂਜ ਹੁੰਦਾ, ਮਨੀ ਦਾ ਐਕਸਚੇਂਜ ਹੁੰਦਾ, ਦੈਟ ਇਜ਼ ਕਾਲਡ ਮਾਰਕੀਟ। ਤਦ ਆਪਾਂ ਕਹਿ ਸਕਦੇ ਹਾਂ ਬਾਜ਼ਾਰ ਸ਼ਬਦ ਦਾ ਅਰਥ ਉਸ ਥਾਂ ਤੋਂ ਹੈ ਜਿੱਥੇ ਵਸਤੂਆਂ ਦੇ ਖਰੀਦਦਾਰ ਅਤੇ ਵੇਚਦਾਰ ਦੋਵੇਂ ਪਰਸਪਰ ਸੌਦਾ ਕਰਨ ਦੇ ਲਈ ਇਕੱਠੇ ਹੁੰਦੇ ਹਨ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਵਸਤੂ ਨੂੰ ਵੇਚਣ ਵਾਲਾ ਵੀ ਹੁੰਦਾ ਹੈ, ਵੀ ਸੈਲਰਸ ਜੋ ਵਸਤੂ ਨੂੰ ਵੇਚਦਾ ਹੈ, ਤੇ ਵਸਤੂ ਨੂੰ ਖਰੀਦਣ ਵਾਲਾ ਬਾਇਰਸ, ਦੋਨੇ ਜਿੱਥੇ ਇਕੱਠੇ ਹੁੰਦੇ ਨੇ, ਇੰਟਰਲਿੰਕ ਹੁੰਦੇ ਨੇ, ਦੈਟ ਇਜ਼ ਕਾਲਡ ਮਾਰਕੀਟ। ਠੀਕ ਹੈ, ਇਹ ਕੋਈ ਵੀ ਪਲੇਸ ਹੋ ਸਕਦੀ ਹੈ ਜਿੱਥੇ ਵਸਤੂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ। ਤੇ ਇਹ ਜ਼ਰੂਰੀ ਨਹੀਂਗਾ ਕਿ ਆਪਾਂ ਫੇਸ ਟੂ ਫੇਸ ਮਿਲ ਕੇ ਹੀ ਵਸਤੂਆਂ ਦੀ ਡੀਲ ਕਰੀਏ, ਆਪਾਂ ਆਨਲਾਈਨ ਵੀ ਵਿਦ ਦਾ ਹੈਲਪ ਆਫ ਮੈਕਸ, ਲੈਟਰਸ, ਠੀਕ ਹੈ, ਈਮੇਲ, ਆਪਾਂ ਕੀ ਕਰ ਸਕਦੇ ਹਾਂ? ਗੁੱਡਸ ਨੂੰ ਬਾਏ ਐਂਡ ਸੋਲਡ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਹੈ ਪਰਿਭਾਸ਼ਾ। ਐਡਵਰਡਸ ਦੇ ਅਨੁਸਾਰ ਬਾਜ਼ਾਰ ਇੱਕ ਉਹ ਸਥਾਨ ਹੈ ਜਿਸ ਦੇ ਦੁਆਰਾ ਵੇਚਦਾਰ ਅਤੇ ਖਰੀਦਦਾਰ ਇੱਕ ਦੂਸਰੇ ਦੇ ਸੰਪਰਕ ਵਿੱਚ ਰਹਿੰਦੇ ਹਨ। ਇਸ ਲਈ ਕੋਈ ਨਿਸ਼ਚਿਤ ਸਥਾਨ ਹੋਣਾ ਜ਼ਰੂਰੀ ਨਹੀਂ ਹੈ। ਸੰਪਰਕ ਵਿੱਚ ਕੌਣ ਆਉਂਦੇ ਨੇ? ਸੈਲਰਸ ਤੇ ਬਾਇਰ, ਮੀਨਸ ਕਮਿਊਨੀਕੇਸ਼ਨ ਦੇ ਵਿੱਚ ਆਉਂਦੇ ਨੇ। ਕਮਿਊਨੀਕੇਸ਼ਨਸ ਦੇ ਵਿੱਚ ਕੀ ਅਸੀਂ ਤੁਹਾਡੇ ਤੋਂ ਇਹ ਚੀਜ਼ ਲੈਣੀ ਆ,
इस चीज़ का की प्राइस है, ਅਸੀਂ ਐਨੀ ਚੀਜ਼ ਲੈਣੀ ਹੈ, ਤੇ ਸੇਲਸਮੈਨ ਕੀ ਕਰੇਗਾ, ਸੈਲਰਸ ਉਹਨਾਂ ਨੂੰ ਪ੍ਰਾਈਸ ਦੱਸੇਗਾ ਤੇ ਉਹ ਚੀਜ਼ ਨੂੰ ਦੇ ਦੇਗਾ। ਦਿਸ ਇਜ਼ ਅ ਸੰਪਰਕ ਕਨੈਕਸ਼ਨ ਬਿਟਵੀਨ ਦਾ ਬਾਇਰਸ ਐਂਡ ਸੈਲਰਸ। ਕਹਿੰਦੇ ਜਿੱਥੇ ਵੀ ਜਦੋਂ ਆਪਣੇ ਟੂ ਪਰਸਨਸ ਦੇ ਵਿੱਚ ਬਾਇਰਸ ਐਂਡ ਸੈਲਰਸ ਦੇ ਵਿੱਚ ਕਨੈਕਸ਼ਨ ਹੁੰਦਾ ਹੈ, ਠੀਕ ਹੈ, ਉਹ ਕਮਿਊਨੀਕੇਟ ਕਰਦੇ ਨੇ ਇੱਕ ਦੂਸਰੇ ਨੂੰ ਗੁੱਡਸ ਨੂੰ ਬਾਏ ਤੇ ਸੇਲ ਕਰਨ ਦੇ ਲਈ, ਡੈਟ ਇਜ਼ ਕਾਲਡ ਮਾਰਕੀਟ ਅਕੋਰਡਿੰਗ ਟੂ ਐਡਵਰਡਸ। ਤੇ ਉਸ ਤੋਂ ਬਾਅਦ ਹੈ ਦਿਸ ਇਜ਼ ਅ ਡੈਫੀਨੇਸ਼ਨ ਆਫ ਮਾਰਕੀਟ ਐਂਡ ਫੀਚਰਸ ਆਫ ਮਾਰਕੀਟ। ਮਾਰਕੀਟ ਦੇ ਕੀ ਫੀਚਰਸ ਨੇ, ਮੇਨ ਮਾਰਕੀਟ ਦੇ ਆਪਣੇ 5 ਫੀਚਰਸ ਨੇ ਜਿਨ੍ਹਾਂ ਦੇ ਥਰੂ ਆਪਾਂ ਮਾਰਕੀਟ ਨੂੰ ਐਕਸਪਲੇਨ ਕਰ ਸਕਦੇ ਹਾਂ। ਫਸਟ ਇਜ਼ ਖੇਤਰ, ਏਰੀਆ। ਤਾਂ ਮਾਰਕੀਟ ਕੀ ਹੁੰਦੀ ਹੈ, ਮਾਰਕੀਟ ਵੀ ਕਿੱਥੇ ਹੁੰਦੀ ਹੈ, ਮਾਰਕੀਟ ਦਾ ਏਰੀਆ ਕੀ ਹੁੰਦਾ। ਕਹਿੰਦੇ ਮਾਰਕੀਟ ਦਾ ਕੋਈ ਵੀ ਇੱਕ ਪਰਟੀਕੂਲਰ ਸਥਾਨ ਨਹੀਂ ਹੁੰਦਾ, ਮਾਰਕੀਟ ਦੇ ਡਿਫਰੈਂਟ ਡਿਫਰੈਂਟ ਏਰੀਆਜ਼ ਹੁੰਦੇ ਨੇ ਜਿੱਥੇ ਵੀ ਕਹਿੰਦੇ ਗੁੱਡਸ ਨੂੰ ਸੇਲ ਤੇ ਸੋਲਡ ਤੇ ਬਾਏ ਕੀਤਾ ਜਾਂਦਾ ਹੈ, ਦੈਟ ਇਜ਼ ਕਾਲਡ ਮਾਰਕੀਟਸ। ਜਿੱਥੇ ਸੈਲਰਸ ਤੇ ਜਿਹੜੇ ਬਾਇਰਸ ਨੇ ਉਹ ਕੀ ਹੁੰਦੇ ਨੇ, ਇਕੱਠੇ ਹੁੰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਹੁਣ ਤੁਸੀਂ ਦੇਖ ਸਕਦੇ ਹੋ ਕਿ ਡਿਫਰੈਂਟ ਟਾਈਪਸ ਆਫ ਗੁੱਡਸ ਨੇ ਜਿਹੜੀਆਂ ਉਹ ਸਾਡੀ ਪੂਰੀ ਕੰਟਰੀ ਦੇ ਵਿੱਚ ਕੀ ਨੇ, ਸੇਲ ਹੁੰਦੀਆਂ ਨੇ। ਤਾਂ ਆਪਾਂ ਪੂਰੀ ਕੰਟਰੀ ਨੂੰ ਉਹਨਾਂ ਗੁੱਡਸ ਦੀ ਮਾਰਕੀਟ ਕਹਿ ਸਕਦੇ ਹਾਂ। ਜਿਵੇਂ ਕਿ ਡਾਲਡਾ ਹੈ, ਡਾਲਡਾ ਕਿਸੇ ਵੀ ਇੱਕ ਪਲੇਸ ਤੇ ਨਹੀਂ, ਡਾਲਡਾ ਡਿਫਰੈਂਟ ਪਲੇਸਿਸ ਤੇ, ਵਿਲੇजेस ਦੇ ਵਿੱਚ, ਟਾਊਨਸ ਦੇ ਵਿੱਚ, ਠੀਕ ਹੈ, ਕਿਸੇ ਵੀ ਏਰੀਆ ਦੇ ਵਿੱਚ ਜਿੱਥੇ ਕੋਈ ਵੀ ਸ਼ਾਪ ਹੈ ਉੱਥੇ ਆਪਾਂ ਈਜ਼ੀਲੀ ਕੀ ਕਰ ਸਕਦੇ ਹਾਂ, ਬਾਏ ਕਰ ਸਕਦੇ ਹਾਂ। ਤਾਂ ਡਾਲਡੇ ਦੀ ਜੋ ਏਰੀਆ ਹੈ ਸੇਲ ਕਰਨ ਦਾ ਉਹ ਇੱਕ ਨਹੀਂ ਹੈ, ਦਿਸ ਇਜ਼ ਅ ਲਾਰਜ ਸਕੋਪ। ਲਾਰਜ ਏਰੀਆ ਦੇ ਵਿੱਚ ਆਪਾਂ ਡਾਲਡਾ ਦੀ ਕੀ ਕਰਦੇ ਹਾਂ, ਡਿਲੀਵਰੀ ਕਰਦੇ ਹਾਂ। ਤਾਂ ਕੋਈ ਵੀ ਉਹ ਇਹ ਏਰੀਆ ਹੋ ਸਕਦਾ ਹੈ ਜਿੱਥੇ ਬਾਇਰਸ ਤੇ ਜਿਹੜੇ ਆਪਣੇ ਸੈਲਰਸ ਨੇ ਮੀਟ ਕਰਦੇ ਨੇ, ਠੀਕ ਹੈ, ਇੱਕ ਦੂਸਰੇ ਦੇ ਨਾਲ ਐਕਸਚੇਂਜ ਕਰਦੇ ਨੇ ਗੁੱਡਸ ਐਂਡ ਮਨੀ। ਤਾਂ ਇਹਦਾ ਸਕੋਪ ਹੈ ਜਿਹੜਾ ਮਾਰਕੀਟ ਦਾ ਕਿ ਬਹੁਤ ਲਾਰਜ। ਤੇ ਉਸ ਤੋਂ ਬਾਅਦ ਇੱਕ ਵਸਤੂ, ਕਹਿੰਦੇ ਮਾਰਕੀਟ ਦੇ ਵਿੱਚ ਕੀ ਆ, ਇੱਕ ਵਸਤੂ ਵੀ ਵੇਚੀ ਜਾ ਸਕਦੀ ਹੈ, ਡਿਫਰੈਂਟ ਟਾਈਪਸ ਆਫ ਗੁੱਡਸ ਵੀ ਕੀ ਕੀਤੇ ਜਾ ਸਕਦੇ ਨੇ, ਸੇਲ ਕੀਤੀਆਂ ਜਾ ਸਕਦੀਆਂ ਨੇ। ਜਿਵੇਂ ਕਿ ਤੁਸੀਂ ਕੋਈ ਸ਼ਾਪ ਦੇਖ ਸਕਦੇ ਹੋ, ਹੋਲਸੇਲ ਸ਼ਾਪ ਦੇਖ ਸਕਦੇ ਹੋ, ਤਾਂ ਡਿਫਰੈਂਟ ਟਾਈਪਸ ਆਫ ਗੁੱਡਸ ਨੇ। ਤਾਂ ਫਿਰ ਆਪਾਂ ਡਿਫਰੈਂਟ ਕਮੋਡਿਟੀਜ਼ ਨੂੰ ਵੀ ਬਾਏ ਕਰ ਸਕਦੇ ਹਾਂ ਤੇ ਇੱਕ ਵਸਤੂ ਨੂੰ ਵੀ ਕਿਸੇ ਇੱਕ ਮਾਰਕੀਟ ਦੇ ਵਿੱਚ ਬਾਏ ਕਰ ਸਕਦੇ ਹਾਂ। ਜਿਵੇਂ ਕਿ ਕੋਈ ਵੀਟ ਮਾਰਕੀਟ ਹੋ ਗਈ, ਮਿਲਕ ਮਾਰਕੀਟ ਹੋ ਗਈ, ਵੂਲਨ ਮਾਰਕੀਟ ਹੋ ਗਈ, ਤਾਂ ਉੱਥੇ ਉਸੇ ਤਰ੍ਹਾਂ ਦੇ ਪ੍ਰੋਡਕਟ ਨੂੰ ਆਪਾਂ ਬਾਏ ਕਰ ਸਕਦੇ ਹਾਂ ਜਿਸ ਤਰ੍ਹਾਂ ਦੀ ਉਹ ਕੀ ਹੈ, ਮਾਰਕੀਟ ਹੈ, ਠੀਕ ਹੈ। ਦੈਨ ਡਿਫਰੈਂਟ ਡਿਫਰੈਂਟ ਕਿਸੇ ਵੀ ਇੱਕ ਕਮੋਡਿਟੀ ਦੀਆਂ ਡਿਫਰੈਂਟ ਡਿਫਰੈਂਟ ਮਾਰਕੀਟਸ ਨੇ, ਹੋ ਸਕਦੀਆਂ ਨੇ। ਵੈਜੀਟੇਬਲਸ ਮਾਰਕੀਟ ਹੋ ਗਈ ਜਿੱਥੇ ਸਿਰਫ ਆਪਾਂ ਵੈਜੀਟੇਬਲਸ ਬਾਏ ਕਰ ਸਕਦੇ ਹਾਂ। ਤਾਂ ਇੱਕ ਵਸਤੂ ਦੇ ਨਾਲ ਰਿਲੇਟਡ ਇੱਕ ਉਸਦੀ ਅਲੱਗ ਤੋਂ ਕੀ ਹੁੰਦੀ ਹੈ, ਮਾਰਕੀਟ ਹੁੰਦੀ ਹੈ ਜਿੱਥੇ ਸਿਰਫ ਇੱਕ ਹੀ ਤਰ੍ਹਾਂ ਦੀ ਕੀ ਮਿਲਦੀ ਹੈ, ਵਸਤੂ ਮਿਲਦੀ ਹੈ, ਔਰ ਆਪਾਂ ਬੋਲ ਸਕਦੇ ਹਾਂ ਕਿ ਇਸ ਚੀਜ਼ ਦੀ ਕੀ ਹੈ, ਮਾਰਕੀਟ ਹੈ। ਉਸ ਤੋਂ ਬਾਅਦ ਖਰੀਦਦਾਰ ਤੇ ਵੇਚਦਾਰ। ਕਹਿੰਦੇ ਇਹ ਮਾਰਕੀਟ ਉਹ ਪਲੇਸ ਹੈ ਜਿੱਥੇ ਖਰੀਦਦਾਰ ਜੋ ਵਸਤੂਆਂ ਨੂੰ ਖਰੀਦਦਾ ਹੈ ਉਹ ਆਉਂਦਾ ਹੈ ਤੇ ਵੇਚਦਾਰ ਜੋ ਵਸਤੂਆਂ ਨੂੰ ਵੇਚਦਾ ਹੈ ਉਹ ਆਉਂਦਾ ਹੈ। ਖਰੀਦਦਾਰ ਆਪਣੀ ਜੋ ਕਿਸੇ ਵੀ ਵਸਤੂ ਦੀ ਮੰਗ ਕਰਦਾ ਹੈ, ਮੰਗ ਕਰਨ ਟਾਈਮ ਉਹ ਪੈਸਿਆਂ ਨੂੰ ਦਿੰਦਾ ਹੈ, ਮਨੀ ਨੂੰ ਸਪਲਾਈ ਕਰਦਾ ਹੈ। ਐਂਡ ਜਿਹੜਾ ਵੇਚਦਾਰ ਹੈ, ਸੈਲਰਸ ਹੈ, ਉਹ ਪੈਸੇ ਲੈ ਕੇ ਕੀ ਕਰਦਾ, ਗੁੱਡਸ ਨੂੰ ਦੇ ਦਿੰਦਾ ਹੈ। ਤਾਂ ਫਿਰ ਕੀ ਹੁੰਦਾ ਹੈ, ਕਮਿਊਨੀਕੇਟ ਹੁੰਦਾ ਹੈ ਬਿਟਵੀਨ ਦਾ ਸੈਲਰਸ ਐਂਡ ਬਾਇਰਸ। ਕੀ ਕਰਦੇ ਨੇ, ਉਹ ਚੀਜ਼ ਲੈਂਦੇ ਤੇ ਸੇਲ ਕਰਦੇ ਨੇ। ਤੇ ਉਸ ਤੋਂ ਬਾਅਦ ਇੱਕ ਕੀਮਤ। ਕਹਿੰਦੇ ਜਿਹੜਾ ਵੀ ਮਾਰਕੀਟ ਹੈ ਉਸ ਦੇ ਵਿੱਚ ਜਿਹੜੀਆਂ ਆਪਣੀਆਂ ਗੁੱਡਸ ਨੇ ਉਹਨਾਂ ਦੀ ਜੋ ਪ੍ਰਾਈਸ ਹੈ ਉਹ ਕੀ ਹੁੰਦੀ ਹੈ, ਇੱਕ ਹੁੰਦੀ ਹੈ। ਪ੍ਰਾਈਸ ਆਪਾਂ ਚੇਂਜ ਨਹੀਂ ਕਰ ਸਕਦੇ। ਇੱਥੇ ਤੁਸੀਂ ਦੇਖ ਰਹੇ ਹੋ ਕਿ ਡਿਫਰੈਂਟ ਟਾਈਪਸ ਆਫ ਮਾਰਕੀਟ ਹੁੰਦੀਆਂ ਨੇ। ਪਰਫੈਕਟ ਕੰਪੀਟੀਸ਼ਨ ਹੁੰਦਾ ਹੈ, ਠੀਕ ਹੈ, ਤੇ ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਮੋਨੋਪੋਲੀ ਤੇ ਓਲੀਗੋਪੋਲੀ ਹੁੰਦੀ ਆ। ਕਈ ਜਿਹੜੀਆਂ ਮਾਰਕੀਟਸ ਨੇ ਉਹਨਾਂ ਦੇ ਵਿੱਚ ਜਿਹੜੀ ਪ੍ਰਾਈਸ ਆ ਉਹ ਇੱਕ ਹੁੰਦੀ ਆ। ਮੀਨਸ ਫੋਰ ਐਗਜ਼ਾਮਪਲ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪ੍ਰਾइस हर एक प्रोडक्ट की एक ही होएगी, अलग नहीं होएगी। अगर प्राइस घट बद करती है कोई भी अपना सैलर्स, कोई भी फर्म, तो अपने ਜਿਹੜੇ ਬਾਇਰਸ ਨੇ ਉਹ ਕੀ ਕਰਨਗੇ, ਉਸ ਸੇਲਸਮੈਨ ਤੋਂ, ਉਸ ਫਰਮ ਤੋਂ ਉਸ ਪ੍ਰੋਡਕਟ ਦੀ ਡਿਮਾਂਡ ਨਹੀਂ ਕਰਨਗੇ ਕਿਉਂਕਿ ਉਹ ਕਾਸਟਲੀ ਹੈ ਦੂਸਰਿਆਂ ਦੇ ਨਾਲੋਂ। ਕਿਉਂਕਿ ਇੱਥੇ ਇੱਕ ਜਿਹੜਾ ਕੰਜ਼ਿਊਮਰ ਹੈ ਉਹਨੂੰ ਪਰਫੈਕਟ ਨੌਲੇਜ ਹੁੰਦੀ ਹੈ ਕਿ ਇਸ ਪ੍ਰੋਡਕਟ ਦੀ ਪ੍ਰਾਈਸ ਕਿੰਨੀ ਹੈ। ਜਿਹੜੇ ਹੋਮੋਜੀਨੀਅਸ ਪ੍ਰੋਡਕਟ ਨੇ ਉਹਨਾਂ ਦੀ ਪ੍ਰਾਈਸ ਸੇਮ ਹੀ ਹੋਏਗੀ। ਤਾਂ ਮਾਰਕੀਟ ਦੇ ਵਿੱਚ ਸਾਰੀਆਂ ਜਿਹੜੀਆਂ ਰਿਲੇਟਡ ਗੁੱਡਸ ਨੇ, ਇੱਕੋ ਤਰ੍ਹਾਂ ਦੀਆਂ ਗੁੱਡਸ ਨੇ, ਉਹਨਾਂ ਦੀ ਪ੍ਰਾਈਸ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਕਿਉਂਕਿ ਕੰਜ਼ਿਊਮਰ ਨੂੰ ਪਤਾ ਹੁੰਦਾ ਹੈ ਕਿ ਇਸ ਚੀਜ਼ ਦੀ ਪ੍ਰਾਈਸ ਇੰਨੀ ਆ। ਜਿਵੇਂ ਕਿ ਹੁਣ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੋ, ਤੁਹਾਨੂੰ ਪਤਾ ਹੈ ਕਿ ਕੋਲਗੇਟ ਦੀ ਪ੍ਰਾਈਸ ਕਿੰਨੀ ਹੈ, ਲਕਸ ਸੋਪ ਦੀ ਪ੍ਰਾਈਸ ਕਿੰਨੀ ਹੈ, ਨਮਕ ਦੀ ਪ੍ਰਾਈਸ ਕਿੰਨੀ ਹੈ, ਬ੍ਰੈਡ ਦੇ ਪੈਕੇਟ ਦੀ ਪ੍ਰਾਈਸ ਕਿੰਨੀ ਹੈ। ਅਗਰ ਤੁਹਾਨੂੰ ਕੋਈ ਵੀ ਜਿਹੜਾ ਸੇਲਸਮੈਨ ਆ, ਸੈਲਰ ਹੈ, ਕੋਈ ਵੀ ਸ਼ਾਪਕੀਪਰਸ
ਉਹ ਉਸ MRP ਤੋਂ ਜ਼ਿਆਦਾ ਪ੍ਰਾਈਸ ਹਾਇਰ ਕਰੇਗਾ ਤਾਂ ਤੁਸੀਂ ਉਸ ਪ੍ਰੋਡਕਟ ਦੀ ਡਿਮਾਂਡ ਉੱਥੋਂ ਨਹੀਂ ਕਰੋਗੇ ਤਾਂ ਇਸ ਤੋਂ ਇਲਾਵਾ ਹੋਰ ਸ਼ਾਪ ਤੇ ਜਾਓਗੇ ਤਾਂ ਇਹਦੇ ਨਾਲ ਜਿਹੜਾ ਆਪਣਾ ਸੈਲਰਸ ਹੁੰਦਾ ਹੈ ਸੇਲਸਮੈਨ ਹੁੰਦਾ ਹੈ ਉਹਨੂੰ ਕੀ ਹੁੰਦਾ ਲਾਸ ਹੁੰਦਾ ਹੈ ਤਦੋਂ ਪ੍ਰਾਈਸ ਉਨੀ ਹੀ ਦੱਸੇਗਾ ਜਿੰਨੀ ਪ੍ਰਾਈਸ ਫਿਕਸ ਕੀਤੀ ਜਾਂਦੀ ਹੈ ਇੰਡਸਟਰੀ ਦੇ ਥਰੂ ਤਾਂ ਕੋਈ ਵੀ ਫਰਮ ਆਪਣੇ ਅਕੋਰਡਿੰਗ ਜਿਹੜੀ ਪ੍ਰਾਈਸ ਹੈ ਉਹਨੂੰ ਚੇਂਜ ਨਹੀਂ ਕਰ ਸਕਦੀ ਇਨ ਪਰਫੈਕਟ ਕੰਪੀਟੀਸ਼ਨ ਜਿਹੜੇ ਹੋਮੋਜੀਨੀਅਸ ਪ੍ਰੋਡਕਟਸ ਨੇ ਉਹਨਾਂ ਦੇ ਕੇਸ ਅੱਗੇ ਹੈ ਪੂਰਨ ਪ੍ਰਤੀਯੋਗਤਾ ਕਹਿੰਦੇ ਮਾਰਕੀਟ ਦੇ ਵਿੱਚ ਮੋਸਟਲੀ ਕੀ ਪਾਇਆ ਜਾਂਦਾ ਹੈ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ ਜਿਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਬਹੁਤ ਸਾਰੀਆਂ ਫਰਮਸ ਤੇ ਬਹੁਤ ਸਾਰੇ ਕੰਜ਼ਿਊਮਰਸ ਹੁੰਦੇ ਨੇ ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਦੇ ਪ੍ਰੋਡਕਟਸ ਹੁੰਦੇ ਨੇ ਉਹ ਕੀ ਹੁੰਦੇ ਨੇ ਹੋਮੋਜੀਨੀਅਸ ਹੁੰਦੇ ਨੇ ਸੇਮ ਪ੍ਰੋਡਕਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਕਲੋਜ਼ ਸਬਸਟੀਟਿਊਸ਼ਨ ਹੁੰਦਾ ਹੈ ਤੇ ਜਿਨ੍ਹਾਂ ਦਾ ਪ੍ਰਾਈਸ ਹੈ ਉਹ ਕੀ ਹੁੰਦਾ ਪਹਿਲਾਂ ਤੋਂ ਹੀ ਫਿਕਸ ਕੀਤਾ ਜਾਂਦਾ ਹੈ ਤੇ ਜਿਹੜੀਆਂ ਆਪਣੀਆਂ ਦੂਸਰੀਆਂ ਫਰਮਸ ਨੇ ਉਹਨਾਂ ਦੀ ਐਂਟਰੀ ਫ੍ਰੀ ਹੁੰਦੀ ਹੈ ਤੇ ਉਹ ਰਜਿਸਟਰ ਵੀ ਫ੍ਰੀਲੀ ਕਰ ਸਕਦੀਆਂ ਨੇ ਤਾਂ ਪੂਰਨ ਪ੍ਰਤੀਯੋਗਤਾ ਹੁੰਦੀ ਹੈ ਪ੍ਰਾਈਸ ਇੱਕ ਹੀ ਹੋਏਗਾ ਪ੍ਰਾਈਸ ਨੂੰ ਚੇਂਜ ਨਹੀਂ ਕੀਤਾ ਜਾਏਗਾ ਦਿਸ ਇਜ਼ ਅ ਫੀਚਰਸ ਆਫ ਅ ਮਾਰਕੀਟ ਇਸ ਤੋਂ ਬਾਅਦ ਹੈ ਕਲਾਸੀਫਿਕੇਸ਼ਨਸ ਆਫ ਮਾਰਕੀਟ ਦੀ ਕਲਾਸੀਫਿਕੇਸ਼ਨ ਹੈ ਜਿਹੜੀ ਇਹ ਡਿਫਰੈਂਟ ਵੇ ਦੇ ਨਾਲ ਕੀਤੀ ਜਾਂਦੀ ਹੈ ਡਿਫਰੈਂਟ ਟਾਈਪਸ ਆਫ ਮਾਰਕੀਟ ਹੁੰਦੀਆਂ ਨੇ ਸਭ ਤੋਂ ਪਹਿਲਾਂ ਕਲਾਸੀਫਿਕੇਸ਼ਨ ਕੀਤੀ ਹੋਈ ਆ ਆਨ ਦਾ ਬੇਸਿਸ ਆਫ ਏਰੀਆ ਦੇ ਬੇਸ ਤੇ ਮਾਰਕੀਟ ਦੀ ਕਲਾਸੀਫਿਕੇਸ਼ਨ ਏਰੀਆ ਦੇ ਬੇਸ ਤੇ ਜਿਹੜੀ ਮਾਰਕੀਟ ਹੁੰਦੀ ਹੈ 3 ਟਾਈਪਸ ਦੀ ਹੁੰਦੀ ਹੈ ਇੰਟਰਨੈਸ਼ਨਲ ਮਾਰਕੀਟ ਨੈਸ਼ਨਲ ਮਾਰਕੀਟ ਐਂਡ ਲੋਕਲ ਮਾਰਕੀਟ ਇੰਟਰਨੈਸ਼ਨਲ ਮਾਰਕੀਟ ਕਿਹੜੀ ਹੋਗੀ ਆਪਣੀ ਕੰਟਰੀ ਤੋਂ ਬਾਹਰ ਜਦੋਂ ਨੈਸ਼ਨਲ ਲੈਵਲ ਤੇ ਆਪਾਂ ਵਰਲਡ ਲੈਵਲ ਤੇ ਇੱਕ ਕੰਟਰੀ ਦੂਸਰੀਆਂ ਕੰਟਰੀ ਦੇ ਨਾਲ ਕੀ ਕਰਦੀ ਹੈ ਟ੍ਰੇਡ ਕਰਦੀ ਹੈ ਦਿਸ ਇਜ਼ ਅ ਇੰਟਰਨੈਸ਼ਨਲ ਮਾਰਕੀਟ ਇੰਟਰਨੈਸ਼ਨਲ ਲੈਵਲਸ ਤੇ ਜਿਵੇਂ ਕਿ ਆਪਣੀ ਕੰਟਰੀ ਇੰਡੀਆ ਦਾ ਜੋ ਵੀ ਐਕਸਪੋਰਟ ਇੰਪੋਰਟ ਹੈ ਵਿਦ ਅਮਰੀਕਾ ਕੈਨੇਡਾ ਠੀਕ ਹੈ ਅਮਰੀਕਾ ਕੈਨੇਡਾ USA ਠੀਕ ਹੈ ਇਸ ਦੇ ਨਾਲ ਜੋ ਵੀ ਹੈ ਅਗਰ ਆਪਾਂ ਆਪਣੀ ਕੰਟਰੀਜ਼ ਤੋਂ ਬਾਹਰ ਡਿਫਰੈਂਟ ਕੰਟਰੀਜ਼ ਤੋਂ ਗੁੱਡਸ ਨੂੰ ਇੰਪੋਰਟ ਕਰਦੇ ਆ ਐਕਸਪੋਰਟ ਕਰਦੇ ਦੈਟ ਇਜ਼ ਅ ਇੰਟਰਨੈਸ਼ਨਲ ਮਾਰਕੀਟਸ ਜਿਹਦੇ ਵਿੱਚ ਕੀ ਹੁੰਦਾ ਆਪਣਾ ਇੰਟਰਨੈਸ਼ਨਲ ਮਾਰਕੀਟ ਦੇ ਦਾ ਜਿਹੜੀ ਆਪਣੀ ਇਕਨੋਮੀ ਹੈ ਉਹਦੇ ਵਿੱਚ ਮੇਨ ਰੋਲ ਹੁੰਦਾ ਹੈ ਕਿਉਂਕਿ ਇੰਟਰਨੈਸ਼ਨਲ ਮਾਰਕੀਟਸ ਦੇ ਥਰੂ ਹੀ ਜਿਹੜੀ ਆਪਣੀ ਇਨਕਮ ਫਰੋਮ ਐਬਰੋਡ ਹੈ ਉਹ ਆਪਾਂ ਨੂੰ ਮਿਲਦੀ ਆ ਅਗਰ ਆਪਣੇ ਐਕਸਪੋਰਟਸ ਜ਼ਿਆਦਾ ਹੋਣ ਐਂਡ ਇੰਪੋਰਟ ਘੱਟ ਹੋਣ ਤੇ ਇਹਦੇ ਵਿੱਚ ਆਪਾਂ BOP बैलेंस ऑफ पेमेंट्स ਤੇ बैलेंस ऑफ ट्रेड देखती है ਜਿਹੜਾ ਕਿ ਆਪਣਾ ਫੇਵਰੇਬਲ ਅਨਫੇਵਰੇਬਲ ਵੀ ਹੋ ਸਕਦਾ ਹੈ ਉਸ ਤੋਂ ਬਾਅਦ ਹੈ ਨੈਸ਼ਨਲ ਮਾਰਕੀਟ ਮਤਲਬ ਜਦੋਂ ਆਪਣੀ ਨੇਸ਼ਨ ਦੇ ਅੰਦਰ ਹੀ ਆਪਾਂ ਡਿਫਰੈਂਟ ਸਟੇਟਸ ਦੇ ਵਿੱਚ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਕੀ ਕਰਦੇ ਨੇ ਆਪਣੀਆਂ ਗੁੱਡਸ ਨੂੰ ਸੇਲ ਕਰਦੇ ਆ ਤੇ ਕੰਜ਼ਿਊਮ ਕਰਦੇ ਦੈਟ ਇਜ਼ ਅ ਨੈਸ਼ਨਲ ਮਾਰਕੀਟ ਠੀਕ ਹੈ ਤੇ ਉਸ ਤੋਂ ਬਾਅਦ ਹੈ ਲੋਕਲ ਮਾਰਕੀਟ ਹੋਗੀ ਜੋ ਆਪਣੀ ਖੁਦ ਦੀ ਆਪਣੇ ਏਰੀਏ ਦੇ ਅੰਡਰ ਹੀ ਮਾਰਕੀਟ ਹੈ ਜਿਵੇਂ ਕਿ ਜੋ ਏਰੀਆ ਆਪਣੇ ਦੇ ਕੋਲ ਹੈ 5-7 ਕਿਲੋਮੀਟਰਸ ਦੇ ਅੰਡਰ ਆਪਾਂ ਨੂੰ ਜਦੋਂ ਕੋਈ ਵੀ ਵਸਤੂ ਚਾਹੀਦੀ ਆ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਆਪਾਂ ਆਪਣੇ ਹੀ ਏਰੀਏ ਦੇ ਵਿੱਚ ਕੀ ਕਰਦੇ ਆ ਵਸਤੂਆਂ ਨੂੰ ਬਾਏ ਕਰਦੇ ਆ ਠੀਕ ਹੈ ਕਿਉਂਕਿ ਸਾਨੂੰ ਈਜ਼ੀਲੀ ਆਪਣੇ ਹੀ ਏਰੀਏ ਦੇ ਵਿੱਚ ਵਸਤੂਆਂ ਦੀ ਜਿਹੜੀ ਵਸਤੂਆਂ ਮਿਲ ਜਾਂਦੀਆਂ ਨੇ ਈਜ਼ੀਲੀ that is mean कि 5-7 किलोमीटर से अंडर जो मेरे मैनू अपनिया जो है गुड्स जिन्हों मैं बाय करना मैंने मिलनगियां दैट इज कॉल्ड लोकल मार्केट्स जिमें कि मैंने पता है मेरे को ये चीज़ खत्म होगी तो मैंने पता है कि मेरे नियर किया खन्ना है तो मैं खन्ना तो ईजिली की कर सकती है गुड्स ਨੂੰ बाय कर सकती हाँ अगर इस गुड की लोड़ है तो मैंने ये शॉप पे मिलेगी इस मार्केट ਦੇ ਵਿੱਚ मिलेगी अगर इस चीज़ की लोड़ है तो मैंने इस मार्केट ਦੇ ਵਿੱਚ मिलेगी मैं बुक्स बाय करनी है तो मैंने खन्ना की बुक्स मार्केट ਦੇ ਵਿੱਚ मिलेगी ठीक है ਤਾਂ ਇਹ ਦਿਸ ਇਜ਼ ਅ ਲੋਕਲ ਮਾਰਕੀਟ ਜਿੱਥੋਂ ਆਪਾਂ ਈਜ਼ੀਲੀ ਗੁੱਡਸ ਨੂੰ ਕੀ ਕਰ ਸਕਦੇ ਹਾਂ ਬਾਏ ਕਰ ਸਕਦੇ ਹਾਂ ਜੋ ਆਪਣੇ ਨਜ਼ਦੀਕੀ ਕੀ ਨੇ ਮਾਰਕੀਟਸ ਨੇ ਇਹ ਤਾਂ ਸੀਗਾ ਔਨ ਦਾ ਬੇਸਿਸ ਆਫ ਏਰੀਆ ਦੇ ਬੇਸ ਤੇ ਠੀਕ ਹੈ ਐਂਡ ਉਸ ਤੋਂ ਬਾਅਦ ਹੈ ਔਨ ਦਾ ਬੇਸਿਸ ਆਫ ਟਾਈਮ ਦੇ ਬੇਸ ਤੇ ਜੋ ਡਿਫਰੈਂਟ ਟਾਈਪਸ ਆਫ ਮਾਰਕੀਟ ਨੇ ਦੈਟ ਇਜ਼ ਅ ਵੈਰੀ ਸ਼ਾਰਟ ਮਾਰਕੀਟ ਲੌਂਗ ਪੀਰੀਅਡ ਮਾਰਕੀਟ ਐਂਡ ਸੈਕੂਲਰ ਪੀਰੀਅਡ ਮਾਰਕੀਟ ਵੈਰੀ ਸ਼ਾਰਟ ਮਾਰਕੀਟ ਦੇ ਵਿੱਚ ਕੀ ਆਉਂਦਾ ਹੈ ਇਹ ਉਹ ਮਾਰਕੀਟ ਹੈ ਜਿੱਥੇ ਜਿਸ ਤਰ੍ਹਾਂ ਦੀਆਂ ਜਿਹੜੀਆਂ ਵਸਤੂਆਂ ਮਿਲਦੀਆਂ ਨੇ ਉਹ ਬਹੁਤ ਛੋਟੇ ਸਮੇਂ ਦੇ ਲਈ ਥੋੜੇ ਸਮੇਂ ਦੇ ਲਈ ਸ਼ਾਰਟ ਟਾਈਮ ਦੇ ਲਈ ਆਪਾਂ ਕੀ ਕਰ ਸਕਦੇ ਯੂਜ਼ ਕਰ ਸਕਦੇ ਹਾਂ ਸ਼ਾਰਟ ਟਾਈਮ ਦੇ ਲਈ ਆਪਾਂ ਸਾਂਭ ਕੇ ਰੱਖ ਸਕਦੇ ਹਾਂ ਇਹਨਾਂ ਲੌਂਗ ਪੀਰੀਅਡ ਦੇ ਵਿੱਚ ਆਪਾਂ ਜੇ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਕੀ ਹੋ ਜਾਂਦੀ ਨੇ ਜਲਦੀ ਹੀ ਖਰਾਬ ਹੋ ਜਾਂਦੀਆਂ ਨੇ
जिवें कि फॉर एग्जाम्पल वैजीटेबल्स होगी, मिल्क हो गया, दैट इज अ पैरिशेबल गुड्स। पैरिशेबल गुड्स जिन्होंने ਆਪਾਂ ਲੌਂਗ ਟਾਈਮ ਦੇ ਲਈ ਸਾਂਭ ਕੇ ਨਹੀਂ ਰੱਖ ਸਕਦੇ, ਜਿਹੜੀਆਂ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਨੇ, ਤੇ ਜਿੱਥੇ ਇਸ ਤਰ੍ਹਾਂ ਦੀਆਂ ਗੁड्स ਮਿਲਦੀਆਂ ਨੇ, that is called very short market। ठीक है, ਵੈਜੀਟੇਬਲਸ ਵਾਲੀ ਮਾਰਕੀਟ ਹੋਗੀ, ਫਰੂਟਸ ਮਾਰਕੀਟ ਹੋਗੀ, ਮਿਲਕ ਪ੍ਰੋਡਕਟਸ ਵਾਲੀ ਮਾਰਕੀਟ ਹੋਗੀ, ਇਹਨਾਂ ਨੂੰ ਆਪਾਂ ਥੋੜੇ ਸਮੇਂ ਦੇ ਲਈ ਮਾਰਕੀਟ ਬੋਲ ਸਕਦੇ ਹਾਂ। ਅਗਰ ਸ਼ਾਰਟ ਮਾਰਕੀਟਸ ਜਿਹਨਾਂ ਦੇ ਵਿੱਚ ਕੀ ਮਿਲਦੀਆਂ ਨੇ, ਆਪਣੀਆਂ ਜਿਹੜੀਆਂ ਆਪਣੀਆਂ ਹੋਲਸੇਲਸ ਦੀਆਂ ਸ਼ਾਪਸ ਹੋ ਗਈਆਂ, ਜਿਨ੍ਹਾਂ ਦੇ ਵਿੱਚ ਦਾਲਾਂ ਮਿਲਦੀਆਂ ਨੇ, ਠੀਕ ਹੈ, ਆਪਣਾ ਵੀਟ ਮਿਲਦਾ ਹੈ, दैट इज कॉल्ड शॉर्ट मार्केट। जिन्हों ਦੇ ਵਿੱਚ 6-7 ਮੰਥਸ ਤੱਕ ਆਪਾਂ ਜਦੋਂ ਕਿਸੇ ਵੀ ਪ੍ਰੋਡਕਟ ਨੂੰ ਸਾਂਭ ਕੇ ਕਰ ਸਕਦੇ ਹਾਂ, ਰੱਖ ਸਕਦੇ ਹਾਂ। ਤੇ ਵੈਰੀ ਸ਼ਾਰਟ ਮਾਰਕੀਟ ਦੇ ਵਿੱਚ ਬਹੁਤ ਸਮਾਲ ਮਾਰਕੀਟਸ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਸ਼ਾਪਸ ਵੀ ਕੀ ਹੁੰਦੀਆਂ ਨੇ, ਬਹੁਤ ਛੋਟੀਆਂ ਹੁੰਦੀਆਂ ਨੇ। ਐਂਡ ਸ਼ਾਰਟ ਮਾਰਕੀਟ ਦੇ ਵਿੱਚ ਥੋੜਾ ਜਿਹਾ ਸਕੋਪ ਬੜਾ ਹੁੰਦਾ ਹੈ। ਐਂਡ ਲੌਂਗ ਪੀਰੀਅਡ ਮਾਰਕੀਟ ਦੇ ਵਿੱਚ ਕੀ, ਜਿਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਪ੍ਰੋਡਕਟਸ ਨੂੰ ਲੌਂਗ ਪੀਰੀਅਡਸ ਦੇ ਵਿੱਚ ਸਾਂਭ ਕੇ ਰੱਖ ਸਕਦੇ ਹਾਂ, ਜਿਹਦੇ ਵਿੱਚ ਲੌਂਗ ਪੀਰੀਅਡ ਪ੍ਰੋਡਕਟਸ ਨੂੰ ਆਪਾਂ ਬਾਏ ਕਰ ਸਕਦੇ ਹਾਂ, ਜਿਵੇਂ ਕਿ ਵੀਟ ਹੋ ਗਿਆ, ਰਾਈਸ ਹੋ ਗਿਆ, ਜੋ ਆਪਣੀਆਂ ਪਲਸਿਸ ਸਭ ਕੁਛ ਕਹਿੰਦੇ ਕਿ ਇਹਦੇ ਵਿੱਚ ਆਉਂਦਾ ਲੌਂਗ ਪੀਰੀਅਡ ਮਾਰਕੀਟਸ ਦੇ ਵਿੱਚ ਆਉਂਦਾ ਹੈ। ਤੇ ਉਸ ਤੋਂ ਬਾਅਦ ਹੋ ਗਿਆ ਸੈਕੂਲਰ ਪੀਰੀਅਡ ਮਾਰਕੀਟ। ਸੈਕੂਲਰ ਪੀਰੀਅਡ ਮਾਰਕੀਟਸ ਜੋ ਸੀਜ਼ਨ ਦੇ ਅਕੋਰਡਿੰਗ ਹੁੰਦਾ, ਸਮਰ ਤੇ ਵਿੰਟਰ ਦੇ ਅਕੋਰਡਿੰਗ ਹੁੰਦਾ। ਜਿਵੇਂ ਕਿ ਵੂਲਨ ਕਲੋਥਸ ਨੇ, ਉਹ ਆਪਾਂ ਨੂੰ ਵਿੰਟਰ ਦੇ ਵਿੱਚ ਹੀ ਅਵੇਲੇਬਲ ਹੋਣਗੇ। ਐਂਡ ਜੋ ਤਾਂ ਫਿਰ ਵਿੰਟਰ ਦੀਆਂ ਜੋ ਫੈਕਟਰੀਜ਼ ਨੇ ਆਪਣੀਆਂ ਵੂਲਨ ਫੈਕਟਰੀਜ਼ ਹੋ ਗਈ, ਉਨਕੀਆਂ ਓਪਨ ਰਹਿਣਗੀਆਂ। ਐਂਡ ਜੋ ਆਪਣਾ ਸਮਰਸ ਦੇ ਵਿੱਚ ਜਿਵੇਂ ਕਿ ਆਈਸਕ੍ਰੀਮ, ਕੋਲਡ ਡਰਿੰਕ ਫੈਕਟਰੀ ਸੀ, ਮੋਸਟਲੀ ਇਹਨਾਂ ਦੀ ਪਰਚੇਸਿੰਗ ਜ਼ਿਆਦਾ ਹੁੰਦੀ ਹੈ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ ਮਾਰਕੀਟਸ ਨੇ ਉਹ ਕੀ ਹੋਣਗੀਆਂ, ਅਵੇਲੇਬਲ ਹੋਣਗੀਆਂ। ਤਾਂ ਇਹ ਤਾਂ ਸੀਗਾ ਟਾਈਮਸ ਦੇ ਬੇਸ ਤੇ ਡਿਫਰੈਂਟ ਟਾਈਪਸ ਆਫ ਜਿਹੜੀਆਂ ਆਪਣੀਆਂ ਮਾਰਕੀਟਸ ਨੇ। ਉਸ ਤੋਂ ਬਾਅਦ ਹੈ ਔਨ ਦ ਬੇਸਿਸ ਆਫ ਕੰਪੀਟੀਸ਼ਨ ਤੇ ਬੇਸ ਤੇ ਮਾਰਕੀਟ। दिस इज द मेन इंपॉर्टेंट क्वेश्चंस कि कंपटीशन के बेस पे कहते 5 ਜਿਹੜੀਆਂ ਆਪਣੀਆਂ ਮਾਰਕੀਟਸ ਨੇ, ਮਾਰਕੀਟ ਫਰਮਸ ਨੇ ਜਿਹੜੀਆਂ ਪਾਈ ਜਾਂਦੀਆਂ ਨੇ। ਠੀਕ ਹੈ, ਤਾਂ ਇਹਦੇ ਵਿੱਚ ਦੇਖੋ ਜਿਹੜੀ ਸਭ ਤੋਂ ਪਹਿਲੀ ਮਾਰਕੀਟ ਹੈ ਆਪਣੀ ਫਰਮ ਹੈ ਪਰਫੈਕਟਲੀ ਕੰਪੀਟੀਟਿਵ ਮਾਰਕੀਟ, ਜਿਹਨੂੰ ਆਪਾਂ ਪਰਫੈਕਟ ਕੰਪੀਟੀਸ਼ਨ ਬੋਲ ਦਿੰਦੇ ਆ। दूसरी है मोनोपोली। ठीक है, एंड उस तो बाद है इम्परफेक्ट कंपटीशन, जिहदे विच की हुंदा है मोनोपोली ते परफेक्ट कंपटीशन ਦੀਆਂ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਫਰਮਸ ਨੇ ਉਹ ਆ ਜਾਂਦੀਆਂ ਨੇ। ਤੇ ਇਮਪਰਫੈਕਟ ਕੰਪੀਟੀਸ਼ਨ ਦੇ ਅੰਦਰ 3 ਟਾਈਪਸ ਆਫ ਮਾਰਕੀਟ ਆਉਂਦੀਆਂ ਨੇ, ਮੋਨੋਪੋਲਿਸਟਿਕ ਕੰਪੀਟੀਸ਼ਨਸ, ओलिगोपोली एंड duopoly। these 3 types of markets ਕਿਹਦੇ ਵਿੱਚ ਆਉਂਦੇ ਨੇ, imperfect competition and perfect competition ਤੇ monopolies ਤੋਂ ਕੀ ਨੇ, ਡਿਫਰੈਂਟਸ ਨੇ। ਕਹਿੰਦੇ ਕੀ ਆ ਇਸ ਸਿਚੁਏਸ਼ਨਸ ਨੂੰ, imperfect competitions ਨੂੰ ਸਭ ਤੋਂ ਪਹਿਲਾਂ ਜਿਹੜਾ ਆਪਣੇ ਇੰਗਲੈਂਡ ਦੇ 1933 ਦੇ ਵਿੱਚ ਇਸ ਸਬਜੈਕਟ ਨੂੰ ਸਟੱਡੀ ਕੀਤਾ ਸੀਗਾ ਪ੍ਰੋਫੈਸਰ ਕੈਂਬਰਲੀ ਨੇ ਸਟੱਡੀ ਕੀਤਾ ਸੀ। ਉਹਨਾਂ ਨੇ ਇਮਪਰਫੈਕਟ ਕੰਪੀਟੀਸ਼ਨ ਦੀ ਡੈਫੀਨੇਸ਼ਨ ਦਿੱਤੀ ਹੈ। ਉਹਨਾਂ ਨੇ ਬੋਲਿਆ ਕਿ ਇਹਦੇ ਵਿੱਚ मोनोपोलिस्टिक कंपटीशन, ओलिगोपोली एंड duopoly, ਇਹ 3 टाइप्स ऑफ मार्केट्स ने ਜਿਹੜੀਆਂ ਕੀ ਹੁੰਦੀਆਂ ਨੇ, ਅਵੇਲੇਬਲ ਹੁੰਦੀਆਂ ਨੇ। ਆਪਾਂ ਇਹਨਾਂ ਡਿਫਰੈਂਟ ਟਾਈਪਸ ਆਫ ਫਰਮਸ ਨੂੰ 1 ਬਾਈ 1 ਕੀ ਕਰਦੇ ਆ, ਸਟੱਡੀ ਕਰਦੇ ਆ। ਤਾਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ परफेक्ट कंपटीशंस, ਜਿਹਨੂੰ परफेक्टली कंपीटिटिव मार्केट बोलते हैं। पूर्ण प्रतियोगिता बाजार, पूर्ण प्रतियोगिता, परफेक्ट कंपटीशन मार्केट। ठीक है, ਇਹਦੇ ਵਿੱਚ ਕੀ ਹੁੰਦਾ ਹੈ, ਇਸ ਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ। ਮਤਲਬ ਇਹ ਮਾਰਕੀਟ ਦੇ ਵਿੱਚ ਪੂਰਨ ਪ੍ਰਤੀਯੋਗਤਾ ਹੁੰਦੀ ਹੈ ਡਿਫਰੈਂਟ ਫਰਮਸ ਦੇ ਵਿੱਚ, ਕਿਉਂਕਿ ਜਿਹੜੀਆਂ ਸਾਰੀਆਂ ਫਰਮਸ ਨੇ ਉਹ ਇੱਕੋ ਤਰ੍ਹਾਂ ਦੇ ਪ੍ਰੋਡਕਟ ਨੂੰ ਕੀ ਕਰਦੀਆਂ ਨੇ, ਸੇਲ ਕਰਦੀਆਂ ਨੇ। ਤੇ ਕੋਈ ਵੀ ਜਿਹੜੀ ਫਰਮ ਹੈ ਉਹ ਵਸਤੂ ਦੀ ਕੀਮਤ ਨੂੰ ਫਿਕਸ ਨਹੀਂ ਕਰਦੀ। ਵਸਤੂ ਦੀ ਕੀਮਤ ਨੂੰ ਕੌਣ ਫਿਕਸ ਕਰਦਾ ਹੈ, ਇੱਕ ਇੰਡਸਟਰੀ ਫਿਕਸ ਕਰਦੀ ਹੈ। ਤੇ ਸਾਰੀਆਂ ਫਰਮਸ ਨੂੰ ਜਿਹੜੀ ਇੰਡਸਟਰੀ ਕੀਮਤ ਫਿਕਸ ਕਰਦੀ ਹੈ ਵਸਤੂ ਦੀ, ਉਸੇ ਕੀਮਤ ਤੇ ਆਪਣੇ ਗੁड्स ਨੂੰ ਕੀ ਕਰਨਾ ਪੈਂਦਾ, ਸੇਲ ਕਰਨਾ ਪੈਂਦਾ। ਤੇ ਅਗਰ ਉਹ ਉਸ ਤੋਂ ਇਲਾਵਾ ਪ੍ਰਾਈਸ ਡਿਕਰੀਜ਼ ਜਾਂ ਇਨਕਰੀਜ਼ ਕਰਨ ਤਾਂ ਦੂਸਰੀਆਂ ਫਰਮਸ ਕੀ ਕਰਨਗੀਆਂ, ਉਹਨਾਂ ਦਾ ਵਿਰੋਧ ਕਰਨਗੀਆਂ, ਜਾਂ ਫਿਰ ਕੰਜ਼ਿਊਮਰ ਹੀ ਜ਼ਿਆਦਾ ਪ੍ਰਾਈਸਿਸ ਤੇ ਉਹਨਾਂ ਦਾ ਪ੍ਰੋਡਕਟ ਬਾਈ ਨਹੀਂ ਕਰੇਗਾ, ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਸ਼ਾਪ ਤੋਂ ਹੋਰ ਫਰਮਸ ਤੋਂ ਪ੍ਰੋਡਕਟਸ ਬਾਈ ਕਰਨ ਲੱਗ ਜਾਏਗਾ। ਤੇ ਇੱਥੇ ਕੀ ਆ, ਹੋਮੋਜੀਨੀਅਸ ਪ੍ਰੋਡਕਟਸ ਹੁੰਦੇ ਨੇ, ਮਤਲਬ ਇੱਕੋ ਤਰ੍ਹਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਸੇਲ ਕੀਤੇ ਜਾਂਦੇ ਨੇ। ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਫੀਚਰਸ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ। ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਅੰਦਰ ਬਹੁਤ ਸਾਰੀਆਂ ਫਰਮਸ ਆਉਂਦੀਆਂ ਨੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੋਲਡ ਡਰਿੰਕਸ ਬਣਾਉਣ ਵਾਲੀਆਂ ਡਿਫਰੈਂਟ ਫਰਮਸ। ਠੀਕ ਹੈ, ਐਂਡ ਤੁਸੀਂ ਦੇਖ ਸਕਦੇ ਹੋ ਬ੍ਰੈਡ ਬਣਾਉਣ ਵਾਲੀਆਂ ਡਿਫਰੈਂਟ ਫਰਮਸ। ਠੀਕ ਹੈ, ਐਂਡ ਨਮਕ ਬਣਾਉਣ ਵਾਲੀਆਂ ਡਿਫਰੈਂਟ ਫਰਮਸ। ਠੀਕ ਹੈ, ਬਿਸਕਿਟ ਬਣਾਉਣ ਵਾਲੀਆਂ ਡਿਫਰੈਂਟ ਫਰਮ,
ਤਾਂ ਇੱਥੇ ਲਾਰਜ ਨੰਬਰ ਆਫ ਕੀ ਹੁੰਦੇ ਨੇ, ਸੈਲਰਸ ਹੁੰਦੇ ਨੇ, ਤੇ ਬਾਇਰਸ ਤਾਂ ਤੁਹਾਨੂੰ ਪਤਾ ਹੈ ਕਿ ਬਾਇਰਸ ਤਾਂ ਲਾਰਜ ਨੰਬਰ ਆਫ ਹੋਣਗੇ। ਬਹੁਤ ਸਾਰੀਆਂ ਫਰਮਸ ਨੇ ਇੱਥੇ ਜਿਹੜੀਆਂ ਕੀ ਕਰਦੀਆਂ ਨੇ, ਸੇਮ ਪ੍ਰੋਡਕਟ ਨੂੰ ਕੀ ਕਰਦੀਆਂ ਨੇ, ਸੇਲ ਕਰਦੀਆਂ ਨੇ, ਜਿਨ੍ਹਾਂ ਦਾ ਆਪਸ ਦੇ ਵਿੱਚ ਕੀ ਹੁੰਦਾ, ਕਲੋਜ਼ ਸਬਸਟੀਟਿਊਸ਼ਨ ਹੁੰਦਾ ਹੈ। ਐਂਡ ਹੋਮੋਜੀਨੀਅਸ ਪ੍ਰੋਡਕਟ, ਜਿਹੜਾ ਪ੍ਰੋਡਕਟ ਹੈ ਉਹ ਹੋਮੋਜੀਨੀਅਸ ਹੁੰਦਾ ਹੈ, ਸੇਮ ਹੁੰਦਾ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਹੈ ਉਹਦੀ ਪ੍ਰਾइस ਵਗੈਰਾ ਵੀ ਕੀ ਹੋਏਗੀ, ਸੇਮ ਹੋਏਗੀ, ਤੇ ਉਹਦਾ ਯੂजेस ਵੀ ਕੀ ਹੋਏਗਾ, ਮੋਸਟਲੀ ਸੇਮ ਹੀ ਹੋਏਗਾ। ਅੱਗੇ ਫ੍ਰੀ ਐਂਟਰੀ ਐਂਡ ਐਡਜਸਟ ਆਫ ਫਰਮਸ, ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਆ, ਜਿਹੜੀਆਂ ਜਦੋਂ ਕਿਸੇ ਨਿਊ ਫਰਮਸ ਨੇ ਐਂਟਰ ਕਰਨਾ ਹੋਵੇ ਤਾਂ ਉਹ ਈਜ਼ੀਲੀ ਐਂਟਰ ਕਰ ਸਕਦੀਆਂ ਨੇ, ਤੇ ਪੁਰਾਣੀਆਂ ਫਰਮਸ ਵੀ ਪਰਫੈਕਟ ਕੰਪੀਟੀਸ਼ਨ ਦੇ ਵਿੱਚੋਂ ਨਿਕਲ ਕੇ ਜਾ ਸਕਦੀਆਂ ਨੇ। ਪੁਰਾਣੀਆਂ ਫਰਮਾਂ ਲੀਵ ਹੋ ਸਕਦੀਆਂ ਨੇ ਤੇ ਨਿਊ ਫਰਮਸ ਐਂਟਰ ਹੋ ਸਕਦੀਆਂ ਨੇ। ਤੇ ਇਹਦੇ ਵਿੱਚ ਕੀ ਹੁੰਦਾ, ਮੋਸਟਲੀ ਜਿਹੜੀ ਆਪਣੀ ਪਰਫੈਕਟ ਕੰਪੀਟੀਸ਼ਨ ਹੈ, ਇਹਦੇ ਵਿੱਚ ਜਿਹੜੇ ਆਪਣੇ ਪ੍ਰੋਡਿਊਸਰਸ ਹੁੰਦੇ ਨੇ ਉਹਨਾਂ ਦੀ AR ਇਕੁਅਲ ਟੂ MR ਰਹਿੰਦੀ ਆ। ਮਤਲਬ ਉਹਨਾਂ ਦਾ ਐਵਰੇਜ ਰੈਵਨਿਊ ਤੇ ਮਾਰਜਨਲ ਰੈਵਨਿਊ ਸੇਮ ਰਹਿੰਦਾ ਹੈ, ਉਹਨਾਂ ਨੂੰ ਹਮੇਸ਼ਾ ਹੀ ਨਾਰਮਲ ਪ੍ਰੋਫਿਟ ਗੇਨ ਹੁੰਦਾ ਹੈ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਡਿਫਰੈਂਟ ਫਰਮਸ ਨੂੰ ਓਨਲੀ ਨਾਰਮਲ ਪ੍ਰੋਫਿਟ ਗੇਨ ਹੋਏਗਾ। ਕਿਉਂ ਗੇਨ ਹੋਏਗਾ, ਅਗਰ ਕਹਿੰਦੇ ਕੋਈ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਗੇਨ ਕਰ ਰਹੀ ਹੈ ਤਾਂ ਇੱਥੇ ਫ੍ਰੀ ਐਂਟਰੀ ਐਂਡ ਐਡਜਸਟ ਆਫ ਫਰਮਸ ਹੈ, ਤਾਂ ਨਿਊ ਫਰਮਸ ਨੇ ਜਿਹੜੀਆਂ ਉਹਨਾਂ ਨੂੰ ਦੇਖ ਕੇ ਐਂਟਰ ਹੋਣਗੀਆਂ, ਉਹ ਸੇਮ ਗੁੱਡ ਦੀ ਪ੍ਰੋਡਕਸ਼ਨ ਕਰਨਗੀਆਂ, ਜਿਹਦੇ ਨਾਲ ਕੀ ਹੈ, ਦੂਸਰੀਆਂ ਜਿਹੜੀਆਂ ਫਰਮਸ ਨੇ ਉਹਨਾਂ ਦੀ ਪ੍ਰੋਡਕਟਸ ਦੀ ਡਿਮਾਂਡ ਘਟ ਜਾਏਗੀ, ਇਸ ਪ੍ਰੋਡਕਟ ਦੀ ਡਿਮਾਂਡ ਵੱਧ ਜਾਏਗੀ, ਤਾਂ ज़्यादा सप्लाई होएगी, ठीक है, उसी सेम प्रोडक्ट की, जिसदे नाल प्राइस वगैरह लैस हो जाएगी। प्राइस लैस होने नाल की हो जाएगा, अपना AR इक्वल टू MR हो जाएगा, एवरेज ते मार्जिनल रेवेन्यू सेम हो जाएगा, जिसदे नाल अपना सुपर नॉर्मल तो नॉर्मल प्रॉफिट भी हो जाएगा। अगर किसी फर्म में लॉस हो रहा है तो की होएगा, फ्रीली कुछ फर्मां अपनी ये मार्केट में छड्ड के चले जाएंगियां, जिसदे नाल की है, सप्लाई घट जाएगी, सप्लाई घटने दे नाल प्राइस बढ़ जाएगी, जिसदे नाल आपां लॉस तो की है नॉर्मल प्रॉफिट ते पहुंच जाते हैं। इत्थे फ्री एंट्री एंड एडजस्ट ऑफ फर्म्स ने, जिथे हमेशा ही हरेक फर्म्स नॉर्मल प्रॉफिट दे विच ही रहे। उस तो बाद परफेक्ट नॉलेज अबाउट मार्केट कंडीशंस, इत्थे कहंदे जिन्ने भी अपने बायर्स ने उन्हां नूं की हुंदी है, परफेक्ट नॉलेज हुंदी आ मार्केट कंडीशंस की। मतलब उन्होंने पता है कि अगर पार्ले जी बिस्किट का पैकेट 10 रुपीज़ का एक प्लेस से है तो सैकेंड प्लेस से भी वो मैंने 10 रुपीज़ का ही मिलेगा। बायर्स को कंज्यूमर को परफेक्ट नॉलेज होंगी आ, वो 10 रुपीज़ तो 1 रुपीज़ 11 रुपीज़ 1 रुपीज़ पर बिस्किट के पैकेट से नहीं देगा। उन्होंने पता है कि ये प्रोडक्ट मैंने इस प्लेस से मिलेगा तो एने प्राइस से ही मैं की करना, बाय करना, क्योंकि यदा प्राइस की है एना है। क्योंकि होमोजीनियस प्रोडक्ट्स ने, नॉर्मल प्रोडक्ट्स ने, जिन्हों की प्राइसिस सेम होंगी, जिन्हों की प्राइसिस बारे कंज्यूमर को की परफेक्ट नॉलेज। उस तो बाद परफेक्ट मोबिलिटी ऑफ फैक्टर ऑफ प्रोडक्शन। तो पता है कि फैक्टर ऑफ प्रोडक्शन की होंगे ने, जो आप प्रोडक्शन करते हैं तो आप डिफरेंट टाइप्स ऑफ फैक्टर ऑफ प्रोडक्शन यूज करते हैं, लैंड, लेबर, कैपिटल एंड एंटरप्रेन्योर्स। जो आप प्रोडक्शन करनी होंगी हरेक फर्म ने परफेक्ट कॉम्पीटिशन के तद वो जो फैक्टर ऑफ प्रोडक्शन के रिसोर्सिस ने उन्होंने ईजिली की कर सकते हैं, मूव कर सकते हैं। जिमें कि लेबर होगी, लेबर भी ईजिली एक जगह तो दूसरी जगह लैके जा सकते हो, टैक्नोलॉजी एक जगह तो दूसरी जगह लैके जा सकते हो, रॉ मटीरियल भी ईजिली मूव कर सकते हो। तो परफेक्ट मोबिलिटी होंगी है फैक्टर ऑफ प्रोडक्शन के रिसोर्सिस। उस तो बाद है यूनीफॉर्म प्राइस। यूनीफॉर्म प्राइस मीन सेम प्राइस। परफेक्ट कॉम्पीटिशन के जो कहते होमोजीनियस प्रोडक्ट का, सेम प्रोडक्ट का प्राइस फिक्स किया जाता, वो की होंदा है, सेम होंदा है, इको प्राइस होंदा। कहते कोई भी फर्म अपने अकॉर्डिंग वस्तु के प्राइस को चेंज नहीं कर सकती, अप एंड डाउन नहीं कर सकती, क्योंकि डिफरेंट जो फर्म्स ने, सारिया फर्म्स ने परफेक्ट कॉम्पीटिशन दिया मिलके वो एक इंडस्ट्री बनाउंदियां ने। एक इंडस्ट्री के अंडर ही ये सारिया परफेक्ट कॉम्पीटिशन दियां फर्म्स आउंदियां ने, सारे सैलर आउंदे ने। तो जो प्राइस फिक्स करनी होगी तो कोई भी एक फर्म प्राइस फिक्स नहीं करेगी। प्राइस फिक्स कौन करेगी? प्राइस फिक्स इंडस्ट्री करेगी। तो आप कह दें कि दिस इज अ वूलन इंडस्ट्री, तो वूलन इंडस्ट्री के अंदर सारिया ही वूलन मिल्स आउंदियां, सारिया ही वूलन फर्म्स आउंदियां, तो वो वही प्राइस से अपनी वूलन को सेल करनगियां जो प्राइस इंडस्ट्री फिक्स करेगी। ठीक है, तब की होंदियां ने सारिया फर्म्स परफेक्ट कॉम्पीटिशन दे विच प्राइस टेकर होंदियां ने, नॉट अ प्राइस मेकर।
अगेगा एबसेंस ऑफ ट्रांसपोर्ट कॉस्ट कहते ਇਹਦੇ ਵਿੱਚ ਕੀ ਹੁੰਦੀ ਆ ਇਸ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜੋ ਫਰਮਾਂ ਪ੍ਰੋਡਕਸ਼ਨ ਕਰਦੀਆਂ ਨੇ ਤਾਂ ਉਹਨਾਂ ਦੇ ਟਰਾਂਸਪੋਰਟ ਕਾਸਟ ਨਹੀਂ ਹੁੰਦੀ ਟਰਾਂਸਪੋਰਟ ਕਾਸਟ ਨਹੀਂ ਕਿਉਂ ਨਹੀਂ ਹੁੰਦੀ ਕਿਉਂਕਿ ਜਿਹੜਾ ਬਿਸਕਿਟ ਐਂਡ ਨਮਕ ਹੈ ਉਹ ਹਰ ਇੱਕ ਏਰੀਆ ਹਰ ਇੱਕ ਸਟੇਟ ਦੇ ਵਿੱਚ ਕੀ ਆ ਅਵੇਲੇਬਲ ਹੈ ਈਜ਼ੀਲੀ ਮਿਲਦਾ ਹੈ ਤਾਂ ਆਪਾਂ ਨੂੰ ਕਿਸੇ ਵੀ ਪ੍ਰੋਡਕਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਹੈਗੀ ਤਾਂ ਇਹਦੀ ਜਿਹੜੀ ਟ੍ਰਾਂਸਫਰ ਕਾਸਟ ਹੈ ਉਹ ਕੀ ਆ नहीं आएगी क्योंकि यही इजिली हर जगह पे अवेलेबल है होमोजीनियस प्रोडक्ट है तब एब्सेंस ऑफ ट्रांसपोर्ट कॉस्ट है किसी भी तरह की इतने ट्रांसपोर्ट लागत नहीं है दिस इज द फीचर्स ऑफ परफेक्ट कंपटीशन ठीक है इस तो बाद है ਤੁਹਾਡਾ मोनोपोली मोनोपोली ਦਾ ਕੀ ਮਤਲਬ ਹੈ मोनोपोली ਦੇ ਵਿੱਚ ਕੀ ਹੈ single buyer a single seller and many buyers large number of buyers ਕਹਿੰਦੇ ਜਦੋਂ ਇਸ ਤਰ੍ਹਾਂ ਦੀ ਜਿਹੜੀ ਫਰਮ ਹੈ ਉਹ ਇੱਕੋ ਫਰਮ ਹੁੰਦੀ ਹੈ ਜਿਹਦੇ ਵਿੱਚ ਇੱਕੋ ਕੀ ਹੁੰਦਾ ਪ੍ਰੋਡਿਊਸਰ ਹੁੰਦਾ ਉਹ ਕੀ ਹੈ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟਸ ਨੂੰ ਕੀ ਕਰਦਾ ਬਣਾਉਂਦਾ ਹੈ ਉਸ ਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ ਜਿਵੇਂ ਕਿ ਐਪਲ ਕੰਪਨੀ ਹੈ ठीक है एप्पल वाले एप्पल कंपनी ते एप्पल वाले दी ही मोनोपोली है या फिर इलैक्ट्रिसिटी वाली इलैक्ट्रिसिटी बोर्ड है अपना ठीक है तब बिजली ते सिर्फ बिजली वाले केंद्र का ही की है राइट है तो किसी होर पर्सन का राइट नहीं हैगा तब मोनोपोली के अंदर विच एक फर्म हुंदी आ वही फर्म इंडस्ट्री हुंदी आ ते वही फर्म किसी एक सिंगल प्रोडक्ट ਨੂੰ ਕੀ ਕਰਦੀ ਹੈ ਪ੍ਰੋਡਿਊਸ ਕਰਦੀ ਹੈ ਸਿਰਫ ਇੱਕੋ ਤਰ੍ਹਾਂ ਦੇ ਪ੍ਰੋਡਕਟਸ ਨੂੰ ਜਿਹਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੈਗਾ ਕੋਈ ਹੋਰ ਨਾਲ ਦੀ ਫਰਮ ਉਸ ਸੇਮ ਪ੍ਰੋਡਕਟ ਨੂੰ ਪ੍ਰੋਡਿਊਸ ਨਹੀਂ ਕਰ ਸਕਦੀ ਤਾਂ ਇੱਕੋ ਬੰਦਾ ਇੱਕੋ ਫਰਮ ਇੱਕੋ ਇੰਡਸਟਰੀ ਇੱਕੋ ਸੈਲਰ ਦਾ ਕੀ ਹੋਏਗਾ ਉਸ ਵਸਤੂ ਤੇ ਰਾਈਟ ਹੋਏਗਾ ਪ੍ਰੋਪਰ ਜਿਸ ਦੀ ਉਹ ਕੀ ਕਰਦਾ ਪ੍ਰੋਡਕਸ਼ਨ ਕਰਦਾ ਤਾਂ ਇਸ ਤੇ ਕੀ ਹੁੰਦਾ ਇੱਕ ਫਰਮ ਦਾ ਪੇਟੈਂਟ ਰਾਈਟ ਹੁੰਦਾ ਉਸ ਫਰਮ ਲਾਇਸੈਂਸ ਲੈਂਦੀ ਆ ਕਿ ਇਸ ਵਸਤੂ ਨੂੰ ਮੈਂ ਹੀ प्रोड्यूस करना है कोई और प्रोड्यूस नहीं करेगा तो इसका मेरे पेटेंट राइट है अगर किसी होर ने इसको प्रोड्यूस किया तो उससे केस हो सकता है तो इस तरह के पेटेंट राइट ते लाइसेंस लैने पैंदे ने जो मोनोपोली के विच एक सिंगल फर्म एक सिंगल जिहड़ा अपना प्रोडक्ट है उन्होंने की करती है प्रोड्यूस करती है तो ये फीचर्स की होंगे सब तो पहला देखो सिंगल सैलर एंड लार्ज नंबर ऑफ बायर्स तो मोनोपोली के विच सिर्फ एक फर्म एक सेल्समैन एक प्रोड्यूसर हुंदा जो किसी अलग तरह के प्रोडक्ट की करता प्रोड्यूस करता लेकिन उस प्रोडक्ट बाय कौन करते हैं डिफरेंट लार्ज नंबर ऑफ बायर्स बहुत सारे बायर्स जिन्होंने भी वो चीज़ पसंद है तो नो डिफरेंस बिटवीन अ फर्म एंड इंडस्ट्री परफेक्ट कंपटीशन के आपने दसिया सीगा कि एक इंडस्ट्री डिफरेंट फर्म्स मिलकर एक इंडस्ट्री बनाती है इंडस्ट्री के अंदर डिफरेंट फर्म्स होंगे ने लेकिन हुण इत्थे किया एक ही फर्म है तो वही फर्म की होएगी इंडस्ट्री होएगी तो इंडस्ट्री के फर्म के कोई डिफरेंस नहीं होएगा इंडस्ट्री के फर्म सेम होएगी नो क्लोज सब्सटीट्यूशंस तो इत्थे किया जिस तरह के प्रोडक्ट ਨੂੰ एक सिंगल सेलर सेल कर रहा ਉਹਦਾ कोई भी क्लोज सब्सटीट्यूशन नहीं होता क्लोज सब्सटीट्यूशंस नहीं होता मतलब आप सेम उसी तरह का प्रोडक्ट्स यूज नहीं कर सकते अपन सेम सैटिस्फैक्शन उस प्रोडक्ट तो नहीं मिल सकती बैरियर्स ऑन द एंट्री ऑफ न्यू फर्म्स ਇੱਥੇ ਕੀ ਹੁੰਦਾ ਹੈ कि न्यू फर्म्स ਨੂੰ ਈਜ਼ੀਲੀ ਐਂਟਰੀ ਨਹੀਂ ਮਿਲ ਸਕਦੀ ਕਿਉਂਕਿ ਇੱਕੋ ਫਰਮ ਹੈ ਰੋਕ ਹੁੰਦੀ ਹੈ ਨਿਊ ਫਰਮਸ ਤੇ ਐਂਟਰੀ ਕਰਨ ਤੇ ਪੁਰਾਣੀ ਫਰਮ ਦਾ ਕੋਈ ਜਾ ਨਹੀਂ ਸਕਦੀ ਪੁਰਾਣੀ ਦਾ ਇੱਕੋ ਫਰਮ ਹੈ ਉਹ ਇੱਕੋ ਫਰਮ ਕੀ ਕਰੇਗੀ ਪ੍ਰੋਡਕਸ਼ਨ ਕੈਰੀ ਔਨ ਕਰੇਗੀ ਮਾਰਕੀਟ ਦੇ ਵਿੱਚ ਠੀਕ ਹੈ ਆਪਣੇ ਪ੍ਰੋਡਕਟ ਨੂੰ ਸੇਲ ਕਰੇਗੀ ਤੇ ਨਿਊ ਫਰਮ ਕੋਈ ਵੀ ਐਂਟਰ ਨਹੀਂ ਹੋ ਸਕਦੀ ਕਿਉਂਕਿ ਮੋਨੋਪੋਲੀ ਵਿੱਚ ਇੱਕੋ ਫਰਮ ਹੁੰਦੀ ਹੈ ਇੱਕੋ ਪ੍ਰੋਡਿਊਸਰ प्राइस मेकर तो ये की आ एको फर्म वही सेम इंडस्ट्री होंगी आ ठीक है तो इंडस्ट्री कह लो चाहे फर्म कह लो तो कि प्राइस मेकर होंगी वो अपने प्रोडक्ट का प्राइस खुद रख सकती है कॉस्ट को देखते हुए तो क्योंकि ये सिर्फ सिंगल फर्म है वो अपने प्राइस को इंक्रीज भी कर सकती है प्राइस को डिक्रीज भी कर सकती है तो प्राइस मेकर के विच एक फर्म एक इंडस्ट्री की करेगी अगर तो उसके प्रोडक्ट की डिमांड ज़्यादा होएगी तब प्राइसेस इंक्रीज कर देगी अगर उसके प्रोडक्ट की डिमांड घट होएगी तब प्राइसेस डिक्रीज कर देगी क्योंकि फर्म प्राइस मेकर है तो इस तो इलावा है प्राइस डिस्क्रिमिनेशन तो ये प्राइस डिस्क्रिमिनेट होंदा कहते उस प्रोडक्ट का प्राइस दूसरे
प्राइसिस ਦੇ ਨਾਲ ਦੂਸਰੇ ਪ੍ਰੋਡਕਟਸ ਦੇ ਨਾਲੋਂ ਕੀ ਹੁੰਦਾ ਹੈ ਡਿਫਰੈਂਟ ਹੁੰਦਾ ਜੋ ਕਿ ਕਲੋਜ਼ ਸਬਸਟੀਟਿਊਸ਼ਨਸ ਹੁੰਦੇ ਨੇ ਉਹਨਾਂ ਦੇ ਨਾਲੋਂ ਕੀ ਹੋਏਗਾ ਡਿਫਰੈਂਟ ਹੋਏਗਾ अगेन एब्सेंस ऑफ सप्लाई कर्व्स एब्सेंस ऑफ सप्लाई कर्व्स कहते हैं कि सप्लाई उस फर्म की डिमांड पे डिपेंड करती है अगर डिमांड उसके प्रोडक्ट की ज़्यादा होएगी तो सप्लाई भी ज़्यादा होएगी अगर डिमांड घट होएगी तो सप्लाई भी की होएगी घट होएगी ਤਾਂ ਇਹ ਤਾਂ ਸੀਗਾ ਆਪਣਾ ਮੋਨੋਪੋਲੀ ਦੇ ਫੀਚਰਸ ਜਿਹਦੇ ਵਿੱਚ ਸਿਰਫ ਇੱਕੋ ਫਰਮ ਡਿਫਰੈਂਟ ਟਾਈਪਸ ਆਫ ਗੁੱਡਸ ਨੂੰ ਕੀ ਕਰੇਗੀ प्रोड्यूस करेगी जिदा कोई भी क्लोज सब्सटीट्यूशंस नहीं होएगा फर्म प्राइस आप ही फिक्स करेगी ते मोनोपोली दे विच जेडी भी फर्म होएगी वो सुपर नॉर्मल प्रॉफिट की करेगी गेन करेगी क्योंकि न्यू फर्म्स ना तो एंटर हो सकती हैं पुरानी फर्म तो चढ़ के जा नहीं सकती ते प्राइस भी अपने हाथ दे विच जो डिमांड ते डिपेंड करता है प्राइस इंक्रीज भी हो सकता है प्राइस डिक्रीज भी हो सकता पर इत्थे की होएगा AR जेड़ा वो ग्रेटर देन AC होएगा एवरेज वैल्यू ग्रेटर देन AC होएगा मतलब हमेशा ही मोनोपोली दे विच एक फर्म्स की करेगी सुपर नॉर्मल प्रॉफिट नो गेन करेगी उसके बाद एक थर्ड इम्परफेक्ट कंपटीशन इम्परफेक्ट कंपटीशन है जी ये रियल सिचुएशन ऑफ द मार्केट है क्योंकि इम्परफेक्ट कंपटीशन के डिफरेंट टाइप्स ऑफ मार्केट्स फर्म्स पाई जाती हैं मोनोपोलिस्टिक कंपटीशन हो गया मोनोपोली हो गया तो ड्यूपॉन्ट हो गया तो सब तो पहले देखो मोनोपोलिस्टिक कंपटीशन की होंदा है कहते अमेरिकन ਜਿਹੜਾ ਆਪਣਾ ਇਕਨੋਮਿਸਟ ਸੀਗਾ ਪ੍ਰੋਫੈਸਰ EH ਕੈਂਬਰਲਿਨ ਉਹਨੇ ਆਪਣੀ ਬੁੱਕ ਦੇ ਵਿੱਚ ਦਾ ਥਿਊਰੀ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ 1933 ਦੇ ਵਿੱਚ ਇਹਨੂੰ ਪਬਲਿਸ਼ ਕੀਤਾ ਸੀਗਾ ਤੇ ਉਹਨੇ ਇਹਦੀ ਫੀਚਰਸ ਦੱਸੇ ਸੀਗੇ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਇਹਦੇ ਵਿੱਚ ਫਿਊ ਫਰਮਸ ਹੁੰਦੀਆਂ ਨੇ ਕਾਫੀ ਸਾਰੀਆਂ ਫਰਮਸ ਹੁੰਦੀਆਂ ਨੇ ਠੀਕ ਹੈ ਜੋ ਡਿਫਰੈਂਟ ਟਾਈਪਸ ਆਫ ਪ੍ਰੋਡਕਟਸ ਨੂੰ ਕੀ ਕਰਦੀਆਂ ਨੇ ਸੇਲ ਕਰਦੀਆਂ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਕੋਈ ਵੀ ਜਿਹੜਾ ਕਲੋਜ਼ ਸਬਸਟੀਟਿਊਸ਼ਨ ਹੈ ਉਹ ਨਹੀਂ ਹੁੰਦਾ ਹੈ तो सब तो पहले देखो मोनोपोलिस्टिक कंपटीशन दे विच लार्ज नंबर ऑफ बायर्स एंड सैलर्स इहदे विच की हुंदा है लार्ज नंबर ऑफ बायर्स ते सैलर्स ने जो की करदे ने अपने प्रोडक्ट्स नु सेल करदे ने ते बाय करदे ने ते इहदे विच डिफरेंट फर्म्स होणगियां ठीक है डिफरेंट फर्म्स होणगियां जो डिफरेंट प्रोडक्ट्स नु की करनगियां प्रोड्यूस करनगियां ते सेल करनगियां प्रोडक्ट डिफरेंशिएट्स मींस ਜਿਹੜੀਆਂ ਇਹ ਫਰਮਸ ਨੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੀਆਂ ਮੈਨੀ ਫਰਮਸ ਉਹ ਕੀ ਕਰਨਗੀਆਂ ਜਿੰਨੇ ਵੀ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨਗੀਆਂ ਉਹਨਾਂ ਦੇ ਸਾਰੇ ਦੇ ਪ੍ਰੋਡਕਟਸ ਕੀ ਹੋਣਗੇ ਇੱਕ ਦੂਸਰੇ ਤੋਂ ਡਿਫਰੈਂਟ ਹੋਣਗੇ ਡਿਫਰੈਂਟ ਹੋਣਗੇ मतलब कोई प्रोडक्ट प्रोड्यूस करेगी कोई प्रोडक्ट प्रोड्यूस करेगी लेकिन इन्हां दे विच की क्लोज सब्सटीट्यूशन होएगा एक फर्म जो प्रोडक्ट को प्रोड्यूस करेगी तो दूसरी फर्म भी उसी तरह के सेम क्लोज सब्सटीट्यूशन वाले प्रोडक्ट को प्रोड्यूस करेगी लेकिन इन्हां दे विचों नेम हो गया साइज हो गया अपना ब्रांड हो गया इंग्रेडिएंट्स हो गए शेप हो गया साइज हो गया इन्हां दा सब तक की होएगा डिफरेंट होएगा लेकिन यूजेस मोस्टली की होएगा सेम होएगा लेकिन प्रोडक्ट किसी ना किसी वे की तरह एक दूसरे तो की होंगे डिफरेंट होंगे प्रोडक्ट डिफरेंशिएट के तुसीं देख सकते हो जिवें कि अपना टूथपेस्ट हो गया टूथपेस्ट आपां टीथ ब्रश क्लीन करने के लिए यूज़ करते हैं लेकिन टूथपेस्ट कई तरह के आते हैं जिमें कि हो गया अपना कॉलगेट हो गया सिबाका हो गया पेप्सोडेंट हो गया ठीक है तब ये डिफरेंट टाइप्स ऑफ जड़े अपने टूथपेस्ट ने ये प्रोडक्ट डिफरेंशिएट के की ने डेफिनेशन एग्जाम्पल्स ने जिमें कि हो गया कोल्ड ड्रिंक्स हो गया हम कोल्ड ड्रिंक्स के विच देखो कोई फर्म की कर रही है फैंटा बना रही है कोई पेप्सी बना रही है कोई कोक बना रही है कोई स्प्राइट बना रही है कोई लिम्का बना रही है लेकिन आप सब की करते हैं एक दूसरे की जगह पे यूज़ कर सकते हैं लेकिन ये प्रोडक्ट की ने डिफरेंट नहीं लेकिन जो यूजेस की ने सेम कोल्ड ड्रिंक्स के विच काउंट होंगे ने तो ये डिफरेंट टाइप्स ऑफ फर्म्स होंगे ने जड़ियाँ ये इस तरह के प्रोडक्ट डिफरेंशिएट जो थोड़े प्रोडक्ट जिन्होंने डिफरेंट हो उन्होंने प्रोडक्ट को की करते हैं प्रोड्यूस करते हैं सैलिंग कॉस्ट इन्हों की जो प्रोडक्ट की प्रोडक्शन होंगी है तो प्रोडक्शन तो बाद जिन्नियां भी ये मोनोपोलिस्टिक फर्म्स ने उन्हों की जी सैलिंग कॉस्ट है दूसरिया फर्म्स के नालों ज़्यादा होगी दूसरिया फर्म्स के नालों ज़्यादा तां करके होंगे क्योंकि इन्हों के सारे प्रोडक्ट्स की होंगे ने क्लोज सब्सटीट्यूशंस होंगे ने आपां पेप्सोडेंट की जगह पे कॉलगेट बर सकते हैं जिवें कि सोप हो गया लक्स की जगह पे ब्रीज बर सकते हैं नंबर 1 बर सकते हैं ठीक है और कोई अपना सोप बर सकते हैं ਤਾਂ ਫਿਰ ਇਹ ਕੀ ਕਰਦੀ ਹੈ ਹਰੇਕ ਫਰਮ ਆਪਣੇ ਪ੍ਰੋਡਕਟ ਨੂੰ ਕੀ ਕਰਦੀ ਹੈ ਉਹਦੀ ਐਡਵਰਟਾਈਜ਼ਮੈਂਟ ਕਰਦੀ ਹੈ ਤਾਂ ਜੋ ਉਸਦੇ ਪ੍ਰੋਡਕਟ ਦੀ ਕੀ ਹੈ ਡਿਮਾਂਡ ਜ਼ਿਆਦਾ ਤੋਂ ਜ਼ਿਆਦਾ ਹੋਵੇ ਤਾਂ ਐਡਵਰਟਾਈਜ਼ਮੈਂਟ ਕਰਨ ਦੇ ਲਈ ਲੋਕਾਂ ਨੂੰ ਕੰਜ਼ਿਊਮਰਸ ਨੂੰ ਨੌਲੇਜ ਦੇਣ ਦੇ ਲਈ ਮੋਟੀਵੇਟ ਕਰਨ ਦੇ ਲਈ ਕਿਉਂਕਿ ਇੰਨੇ ਸਾਰੇ ਪ੍ਰੋਡਕਟਸ ਦੀ ਕੰਜ਼ਿਊਮਰ ਨੂੰ ਪਰਫੈਕਟ ਨੌਲੇਜ ਨਹੀਂ ਹੁੰਦੀ ਕੰਜ਼ਿਊਮਰਸ ਨੂੰ ਨਹੀਂ ਪਤਾ ਹੁੰਦਾ ਕਿ
मेरी कोल्ड ड्रिंक्स ਦੇ ਵਿੱਚ ਪੈਪਸੀ ਦੀ ਜਗ੍ਹਾ ਤੇ ਮੈਂ ਕੋਕ ਯੂਜ਼ ਕਰ ਸਕਦੀ ਹਾਂ, ਕੋਕ ਦੀ ਜਗ੍ਹਾ ਤੇ ਲਿਮਕਾ ਲੈ ਸਕਦੀ ਤੇ ਉਹਦੇ ਪ੍ਰਾਈਸਿਸ ਕੀ ਨੇ, ਠੀਕ ਹੈ। ਤਾਂ ਤਦ ਕੀ ਹੁੰਦਾ, ਕੰਜ਼ਿਊਮਰਸ ਨੂੰ ਪਰਫੈਕਟ ਨੌਲੇਜ ਦੇਣ ਦੇ ਲਈ ਮੈਨੂੰ ਇਸ ਤਰ੍ਹਾਂ ਦੀਆਂ ਫਰਮਸ ਨੂੰ, ਪ੍ਰੋਡਿਊਸਰਸ ਨੂੰ ਕੀ ਕਰਨਾ ਪੈਂਦਾ, ਐਡਵਰਟਾਈਜ਼ਮੈਂਟ ਤੇ ਖਰਚਾ ਕਰਨਾ ਪੈਂਦਾ। ਐਡਵਰਟਾਈਜ਼ਮੈਂਟ ਕਾਸਟ, ਸੈਲਿੰਗ ਕਾਸਟ ਜ਼ਿਆਦਾ ਹੁੰਦੀ ਆ, ਜਿਵੇਂ ਕਿ ਉਹ ਫਿਰ ਕੀ ਯੂਜ਼ ਕਰਦਾ, ਨਿਊਜ਼ਪੇਪਰਸ ਯੂਜ਼ ਕਰਦਾ, ਐਡਸ ਦੇ ਲਈ ਪੈਂਪਲੇਟਸ, ਠੀਕ ਹੈ, ਟੀਵੀ, ਰੇਡੀਓ, ਤਾਂ ਇਹ ਡਿਫਰੈਂਟ ਜਿਹੜੇ ਵੇ ਨੇ ਲੋਕਾਂ ਨੂੰ ਮੋਟੀਵੇਟ ਕਰਨ ਵਾਲੇ ਉਹ ਯੂਜ਼ ਕਰਦਾ, ਜਿਨ੍ਹਾਂ ਤੇ ਕਹਿੰਦੇ ਉਹਦੀ ਕਾਸਟ ਕੀ ਹੈਗੀ, ਜ਼ਿਆਦਾ ਤੋਂ ਜ਼ਿਆਦਾ ਹੈਗੀ। ਅਗਰ ਉਹ ਐਡਵਰਟਾਈਜ਼ਮੈਂਟ ਕਰੇਗਾ ਆਪਣੇ ਪ੍ਰੋਡਕਟ ਦੀ, ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਨਿਊ ਪ੍ਰੋਡਕਟ ਹੈ ਤੇ ਇਹਦੇ ਇਹ ਯੂਜ਼ਸ ਨੇ, ਠੀਕ ਹੈ। ਤਦ ਹੀ ਕਸਟਮਰਸ ਨੇ ਜਿਹੜੇ ਉਹਨੂੰ ਬਾਏ ਕਰਨ ਦੇ ਲਈ ਤਿਆਰ ਹੋਣਗੇ। ਤਾਂ ਇਹਦੀ ਸੈਲਿੰਗ ਕੋਸਟ ਜ਼ਿਆਦਾ ਹੈਗੀ, ਕਿਉਂਕਿ क्लोज सब्सटीट्यूशन है परफेक्ट ਦੇ ਵਿੱਚ ਕੰਪੀਟੀਸ਼ਨ ਬਹੁਤ ਹੈ। ਪਰਫੈਕਟ ਮਤਲਬ ਕੰਪੀਟੀਸ਼ਨ ਬਹੁਤ ਹੈ ਡਿਫਰੈਂਟ ਫਰਮਸ ਦੇ ਵਿੱਚ ਕਿ ਸਾਡੇ ਪ੍ਰੋਡਕਟ ਦੀ ਸੇਲ ਇਨਕਰੀਜ਼ ਹੋਵੇ। ਕਈ ਫਰਮਸ ਕੀ ਕਰਦੀਆਂ ਨੇ, ਇਹਨਾਂ ਦਾ ਪ੍ਰਾਈਸ ਵੀ ਇਹਨਾਂ ਦੇ ਹੈਂਡ ਦੇ ਵਿੱਚ ਹੁੰਦਾ, ਪ੍ਰਾਈਸ ਮੋਸਟਲੀ ਇਹ ਨਾਰਮਲ ਰੱਖਦੀਆਂ ਨੇ, ਤਾਂ ਜੋ ਅਗਰ ਮੈਂ ਪੈਪਸੀ ਦਾ ਪ੍ਰਾਈਸ ਇਨਕਰੀਜ਼ ਕੀਤਾ ਤਾਂ ਲੋਕਾਂ ਨੇ ਕੀ ਪੈਪਸੀ ਦੀ ਜਗ੍ਹਾ ਤੇ ਕੀ ਫੈਂਟਾ ਜਾਂ ਲਿਮਕਾ ਯੂਜ਼ ਕਰਨਾ ਸਟਾਰਟ ਕਰ ਦੇਣਾ। ਤਦ ਪ੍ਰਾਈਸਿਸ ਕੀ ਹੋਏਗਾ, ਦੂਸਰੇ ਪ੍ਰੋਡਕਟਸ ਨੂੰ ਦੇਖ ਕੇ ਹੀ ਫਿਕਸ ਕੀਤਾ ਜਾਏਗਾ। ਪ੍ਰਾਈਸਿਸ ਕਹਿੰਦੇ अपनी इंडस्ट्री ही फिक्स करेगी, क्योंकि डिफरेंट जो प्रोडक्ट्स ने उन्होंने फर्म्स को मिला के एक इंडस्ट्री बनती है। अगे का फ्रीडम ऑफ एंट्री एंड एडजस्ट ऑफ फर्म्स, कहते ਇਹਦੇ ਵਿੱਚ ਵੀ ਜਿਹੜੀਆਂ ਨਿਊ ਫਰਮਸ ਨੇ ਉਹ ਈਜ਼ੀਲੀ ਐਂਟਰ ਹੋ ਸਕਦੀਆਂ ਨੇ। ਉਹ ਕਦੋਂ ਐਂਟਰ ਹੋਣਗੀਆਂ, ਜਦੋਂ ਸੁਪਰ ਨਾਰਮਲ ਪ੍ਰੋਫਿਟ ਹੋਏਗਾ, ਠੀਕ ਹੈ। ਤੇ ਉਸ ਤੋਂ ਬਾਅਦ ਐਡਜਸਟ ਆਫ ਫਰਮਸ, ਕਹਿੰਦੇ ਕਦੋਂ ਕੋਈ ਵੀ ਪੁਰਾਣੀ ਫਰਮ ਛੱਡ ਕੇ ਜਾ ਸਕਦੀ ਆ ਇੰਡਸਟਰੀ ਨੂੰ, ਤਾਂ ਕਦੋਂ ਛੱਡ ਕੇ ਜਾ ਸਕਦੀ ਹੈ, ਜਦੋਂ ਲਾਸ ਹੋਏਗਾ। ਤੇ ਉਸ ਤੋਂ ਬਾਅਦ ਇੰਪਰਫੈਕਟ ਨੌਲੇਜ, ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ਆਪਣੇ ਕਸਟਮਰਸ ਨੇ ਉਹਨਾਂ ਨੂੰ ਪਰਫੈਕਟ ਨੌਲੇਜ ਨਹੀਂ ਹੁੰਦੀ ਕਿ ਆਪਣੀ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਪ੍ਰੋਡਕਟਸ ਨੇ ਕਿੰਨੇ ਡਿਫਰੈਂਟ ਟਾਈਪਸ ਦੇ ਨੇ ਤੇ ਉਹਨਾਂ ਦੇ ਪ੍ਰਾਈਸਿਸ ਕੀ ਨੇ, ਠੀਕ ਹੈ। ਹੁਣ ਤੁਸੀਂ ਚਾਹ ਪੱਤੀ ਟੀ ਦੇਖ ਸਕਦੇ ਹੋ, ਟੀ ਦੇ ਜਿਹੜੇ ਪੈਕੇਟ ਆਉਂਦੇ ਨੇ ਡਿਫਰੈਂਟ ਕੰਪਨੀਜ਼ ਤੋਂ ਆਉਂਦੇ ਨੇ, ਤੇ ਉਹਨਾਂ ਦੀ ਜਿਹੜੀ ਪ੍ਰਾਈਸ ਉਹ ਵੀ ਕੀ ਹੁੰਦੀ ਹੈ, ਡਿਫਰੈਂਟ ਹੁੰਦੀ ਹੈ, ਤੇ ਹਰ ਇੱਕ ਕਸਟਮਰਸ ਨੂੰ ਉਹਨਾਂ ਦੇ ਪ੍ਰਾਈਸਿਸ ਦੀ ਫੁੱਲ ਨੌਲੇਜ ਨਹੀਂ ਹੁੰਦੀ। ਤੇ ਇੱਥੇ ਜੋ ਵੀ ਕਹਿੰਦੇ ਪ੍ਰਾਈਸ ਫਿਕਸ ਕੀਤਾ ਜਾਂਦਾ ਹੈ ਤਾਂ ਉਹ ਫਰਮਸ ਦੇ ਥਰੂ ਕੀਤਾ ਜਾਂਦਾ ਹੈ, ਥਰੂ ਖੁਦ ਤਾਂ ਉਹ ਇੱਕ ਦੂਸਰੇ ਦੇ ਕਲੋਜ਼ ਕੰਪੀਟੀਟਿਵਸ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਫਿਕਸ ਕਰਨਾ ਪੈਂਦਾ ਹੈ। ਤੇ ਇਹਦੇ ਵਿੱਚ ਮੋਸਟਲੀ ਕੀ ਹੋਏਗਾ, ਇਹਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਵੀ ਹੋ ਸਕਦਾ ਹੈ, ਲਾਸ ਵੀ ਹੋ ਸਕਦਾ ਹੈ, ਤੇ ਨਾਰਮਲ ਪ੍ਰੋਫਿਟ ਵੀ ਹੋ ਸਕਦਾ ਹੈ। ਤੇ ਇਹਦੇ ਵਿੱਚ ਮੋਸਟਲੀ ਨਾਰਮਲ ਪ੍ਰੋਫਿਟ, ਸੁਪਰ ਨਾਰਮਲ ਪ੍ਰੋਫਿਟ ਐਂਡ ਲਾਸ ਤਿੰਨੇ ਹੋ ਸਕਦੇ। ਉਸ ਤੋਂ ਬਾਅਦ ਹੈ ਆਪਣੀ ਇੰਪਰਫੈਕਟ ਕੰਪੀਟੀਸ਼ਨ ਦੀ ਸੈਕੰਡ ਟਾਈਪ, ਦੈਟ ਇਜ਼ ਅ ਓਲੀਗੋਪੋਲੀ। ਓਲੀਗੋਪੋਲੀ ਕੀ ਹੁੰਦਾ, ਓਲੀਗੋਪੋਲੀ ਇਜ਼ ਅ ਮਾਰਕੀਟ, ਇਹ ਉਹ ਮਾਰਕੀਟ ਹੈ ਵਿਚ देयर आर few big producers of a products, ਜਿੱਥੇ ਕਹਿੰਦੇ ਇੱਕ ਪ੍ਰੋਡਕਟ ਦੇ few producers ਹੁੰਦੇ ਨੇ, ਕੁਝ ਪ੍ਰੋਡਿਊਸਰਸ ਹੁੰਦੇ ਨੇ, ਠੀਕ ਹੈ। ਕਹਿੰਦੇ ਜਿਵੇਂ ਕਿ ਇੰਡੀਆ ਦੇ ਵਿੱਚ few firms ਨੇ ਮੈਨੂਫੈਕਚਰਿੰਗ ਕਾਰਸ ਨੂੰ ਪ੍ਰੋਡਿਊਸ ਕਰਨ ਦੀਆਂ few firms ਨੇ, ਉਹ ਓਲੀਗੋਪੋਲੀ ਦੇ ਵਿੱਚ ਆਉਂਦੀਆਂ ਨੇ। ਸਾਰੀਆਂ ਫਰਮਸ ਕਾਰ ਦੀ ਪ੍ਰੋਡਕਸ਼ਨ ਨਹੀਂ ਕਰ ਸਕਦੀਆਂ, ਕੁਝ ਫਰਮਾਂ ਨੇ ਜਿਹੜੀਆਂ ਕਾਰਸ ਦੀ ਪ੍ਰੋਡਕਸ਼ਨ ਕਰਦੀਆਂ ਨੇ, ਜਿਵੇਂ ਕਿ ਟੋਟਾਇਆ ਹੋ ਗਿਆ, ਫੋਰਡ ਹੋ ਗਿਆ, GM ਹੋ ਗਿਆ, ਆਡੀ ਹੋ ਗਿਆ, BMW ਹੋ ਗਿਆ, ਠੀਕ ਹੈ, ਤਾਂ ਵੌਕਸਵੈਗਨ ਹੋ ਗਿਆ। ਕਹਿੰਦੇ ਇਹਨਾਂ ਦੇ ਡਿਫਰੈਂਟ ਕਾਰਸ ਦੇ ਬ੍ਰਾਂਡ ਨੇਮਸ ਹੁੰਦੇ ਨੇ, ਬ੍ਰਾਂਡਸ ਦੇ ਨਾਲ ਕਾਰਾਂ ਨੂੰ ਜਾਣਿਆ ਜਾਂਦਾ ਹੈ, ਜਿਹੜੀਆਂ ਡਿਫਰੈਂਟ ਕਾਰ ਮਾਰਕੀਟਸ ਦੇ ਵਿੱਚ ਕੀ ਨੇ ਪ੍ਰੋਡਿਊਸ ਹੁੰਦੇ ਨੇ। ਤਾਂ ਇਹ ਡਿਫਰੈਂਟ ਜਿੱਥੇ ਕਾਰਸ ਬਣਦੀਆਂ ਨੇ, ਆਪਾਂ ਉਹਨਾਂ ਨੂੰ ਬੋਲ ਸਕਦੇ ਹਾਂ ਕਾਰ ਮਾਰਕੀਟ। ਕਿ ਕਾਰ ਮਾਰਕੀਟਸ ਦੀਆਂ ਇਹ ਫਰਮਸ ਨੇ ਜਿੱਥੇ ਇਹ ਬ੍ਰਾਂਡ ਦੀ ਕੀ ਹੋ ਰਹੀ ਆ, ਪ੍ਰੋਡਕਸ਼ਨ ਹੋ ਰਹੀ ਆ। ਕਹਿੰਦੇ ਤੇ ਚਾਰਜ ਨੇ ਜਿਹੜੇ ਪ੍ਰਾਈਸਿਸ ਦੇ ਉਹ ਦੂਸਰੇ ਵੀ ਹਾਇਰ ਕਰ ਸਕਦੇ ਨੇ। ਮੋਸਟਲੀ ਕਹਿੰਦੇ ਇਹਨਾਂ ਦੇ ਵਿੱਚ ਕੀ ਹੁੰਦਾ, ਡਿਫਰੈਂਟ ਫਰਮਸ ਦੇ ਵਿੱਚ ਐਗਰੀਮੈਂਟ ਸਾਈਨ ਹੁੰਦਾ ਕਿ ਆਪਾਂ ਨੇ ਜਿਹੜੇ ਚਾਰजेस ਨੇ ਉਹ ਆਪਣੀਆਂ ਕਾਰਸ ਦੇ ਵਿੱਚ ਕੀ ਕਰਨੇ ਨੇ, ਹਾਈ ਹੀ ਚਾਰਜ ਕਰਨੇ ਨੇ, ਹਾਈ ਪ੍ਰਾਈਸਿਸ ਹੀ ਕੀ ਨੇ ਰੱਖੇ ਜਾਂਦੇ ਨੇ। ਤੇ ਇਹਨਾਂ ਦੇ ਵਿੱਚ ਸਾਰੀਆਂ ਫਰਮਸ ਦੇ ਵਿੱਚ ਆਪਣੇ ਆਪਸ ਦੇ ਵਿੱਚ ਕੀ ਹੁੰਦਾ, ਐਗਰੀਮੈਂਟ ਸਾਈਨ ਹੁੰਦਾ ਹੈ, ਲਾਸ ਨੂੰ ਬੀਅਰ ਕਰਨ ਦਾ ਵੀ ਤੇ ਪ੍ਰੋਫਿਟ ਨੂੰ ਬੀਅਰ ਕਰਨ ਦਾ ਵੀ, ਠੀਕ ਹੈ। ਤਾਂ ਇਹਦੇ ਆਪਣੇ ਫੀਚਰਸ ਕੀ ਨੇ, ਸਭ ਤੋਂ ਪਹਿਲਾਂ ਮੋਨੋਪੋਲੀ ਪਾਵਰਸ। ਇਹਦੇ ਵਿੱਚ ਮੋਨੋਪੋਲੀ ਪਾਵਰਸ ਹੁੰਦੀਆਂ, ਜਿਹੜੀ ਵੀ ਫਰਮ ਜਿਸ ਤਰ੍ਹਾਂ ਦੇ ਬ੍ਰਾਂਡ ਨੂੰ ਪ੍ਰੋਡਿਊਸ ਕਰਦੀ ਹੈ ਉਸ ਬ੍ਰਾਂਡ ਦੀ ਉਹਦੀ ਕੀ ਹੁੰਦੀ ਹੈ, ਪੂਰੀ ਮੋਨੋਪੋਲੀ ਹੁੰਦੀ ਹੈ। ਤਾਂ ਉਹ ਆਪਣੇ ਅਕੋਰਡਿੰਗ ਹੀ ਪ੍ਰਾਈਸ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦਾ ਤੇ ਸਪਲਾਈ ਨੂੰ ਵੀ ਇਨਕਰੀਜ਼ ਡਿਕਰੀਜ਼ ਕਰ ਸਕਦਾ ਅਕੋਰਡਿੰਗ ਟੂ ਡਿਮਾਂਡ। ਇੰਟਰਡਿਪੈਂਡੈਂਟ ਆਫ ਫਰਮਸ, ਕਹਿੰਦੇ ਜਿਹੜੀਆਂ ਵੀ ਫਰਮਸ ਹੁੰਦੀਆਂ ਨੇ ਓਲੀਗੋਪੋਲੀ ਦੇ ਵਿੱਚ ਉਹ ਕੀ ਹੁੰਦੀਆਂ ਨੇ, ਆਪਸ ਦੇ ਵਿੱਚ ਇੰਟਰਡਿਪੈਂਡ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਦੇਖਿਆ ਕਿ ਕਾਰ ਦੀਆਂ ਡਿਫਰੈਂਟ ਫਰਮਸ ਨੇ ਉਹ ਸਾਰੀਆਂ ਦੂਸਰੇ ਤੇ ਕੀ ਹੋਣਗੀਆਂ, ਇੰਟਰਡਿਪੈਂਡ ਹੋਣਗੀਆਂ ਦੂਸਰੀ ਨੂੰ, ਕਿਉਂਕਿ ਹਰ ਇੱਕ ਕਾਰ ਦੇ ਜਿਹੜੇ ਫੀਚਰਸ ਨੇ ਅਲੱਗ ਨੇ ਤੇ ਆਪਣੇ ਜੋ ਹੈ ਪਾਰਟਸ ਨੇ, ਇੰਸਟਰੂਮੈਂਟਸ ਨੇ ਉਹ ਅਲੱਗ ਨੇ। ਤਾਂ ਹਰ ਇੱਕ ਕਾਰ ਦੀ ਫੈਕਟਰੀ ਕੀ ਹੋਏਗੀ, ਇੰਡੀਪੈਂਡੈਂਟ ਹੋਏਗੀ, ਆਪਣੇ ਅਕੋਰਡਿੰਗ ਚੱਲੇਗੀ।
एटीट्यूड ऑफ द फर्म्स, हर एक फर्म दूसरे ਦੇ एटीट्यूड ਦੇ ਬਦਲੇ ਜਾਏਗੀ, ਹਰ ਇੱਕ ਫਰਮਸ ਕੀ ਜਾਏਗੀ ਕਿ ਮੇਰੀ ਕਾਰ ਦੀ ਡਿਮਾਂਡ ਜ਼ਿਆਦਾ ਹੋਵੇ, ਮੈਂ ਆਪਣੇ ਕਾਰ ਦੀ ਐਡਵਰਟਾਈਜ਼ਮੈਂਟ ਦੇ ਥਰੂ ਕਿੱਦਾਂ ਆਪਣੇ ਕਾਰ ਦੀ ਸੇਲ ਨੂੰ ਇਨਕਰੀਜ਼ ਕਰ ਸਕਦਾ। ਤਾਂ ਹਰ ਇੱਕ ਫਰਮ ਦੂਸਰੀ ਫਰਮ ਤੋਂ ਉੱਪਰ ਉੱਠਣ ਦੀ ਕੀ ਕਰੇਗੀ, ਕੋਸ਼ਿਸ਼ ਕਰੇਗੀ। ਫਿਊ ਸੈਲਰਸ, ਹੁਣ ਤੁਸੀਂ ਦੇਖਿਆ ਕਿ ਸਾਰੇ ਕਾਰਸ ਦੀ ਪ੍ਰੋਡਕਸ਼ਨ ਤਾਂ ਨਹੀਂ ਕਰ ਸਕਦੇ, ਤਾਂ ਇੱਥੇ ਕੀ ਹੋਏਗਾ, ਫਿਊ ਸੈਲਰਸ ਹੋਣਗੇ, ਕੁਝ ਸੇਲਰਸ ਹੋਣਗੇ ਜੋ ਕੀ ਕਰਨਗੇ ਆਪਣੇ ਪ੍ਰੋਡਕਟ ਨੂੰ, ਆਪਣੀ ਕਾਰ ਨੂੰ ਸੇਲ ਕਰਨਗੇ। ਠੀਕ ਹੈ, ਕੁਝ ਫਰਮਸ ਹੋਣਗੇ ਜੋ ਕਾਰਸ ਦੀ ਪ੍ਰੋਡਕਸ਼ਨ ਕਰਦੀਆਂ ਨੇ, ਕਾਰ ਮਾਰਕੀਟ ਦੇ ਵਿੱਚ ਕਾਰ ਨੂੰ ਪ੍ਰੋਡਿਊਸ ਕਰਦੀਆਂ ਨੇ। ਤੇ ਉਸ ਤੋਂ ਬਾਅਦ ਕੀ ਆ, ਸਟੈਂਡਰਡ ਪ੍ਰੋਡਕਟਸ, ਜਦ ਤੱਕ ਜਿਹੜੇ ਵੀ ਪ੍ਰੋਡਕਟਸ ਦੀ ਇਸ ਕੰਪਨੀ ਦੇ ਵਿੱਚ ਡਿਮਾਂਡ ਹੋਏਗੀ, ਉਹਦਾ ਇਸ ਕੰਪਨੀ ਦੇ ਵਿੱਚ ਪ੍ਰੋਡਕਸ਼ਨ ਹੋਏਗੀ ਤਾਂ ਉਹਦਾ ਕੁਝ ਨਾ ਕੁਝ ਕੀ ਹੋਏਗਾ, ਸਟੈਂਡਰਡ ਹੋਏਗਾ। ਜਿਵੇਂ ਕਿ ਨੋਵਾ ਹੋ ਗਿਆ, ਫੋਰਚੂਨਰ ਹੋ ਗਿਆ, ਠੀਕ ਹੈ, ਇਹਨਾਂ ਦੇ ਆਪਣੇ ਆਪਣੇ ਕੀ ਨੇ, ਸਟੈਂਡਰਡ ਹੈ। ਤਾਂ ਸਭ ਤੋਂ ਜਿਹੜੀ ਹਾਈ ਕਾਸਟ ਦੀ ਕਾਰ ਹੈ ਤਾਂ ਉਹਦੀ ਕੀ ਹੈ, ਸਟੈਂਡਰਡ ਵੀ ਕੀ ਹੋਏਗਾ, ਅਪ ਹੀ ਹੋਏਗਾ। ਕੰਟਰੋਲ ਆਫ ਪ੍ਰਾਈਸਿਸ, ਤਾਂ ਹਰ ਇੱਕ ਜਿਹੜੀ ਓਲੀਗੋਪੋਲੀ ਦੇ ਵਿੱਚ ਫਰਮ ਹੈ ਉਹਦਾ ਆਪਣੀ ਜਿਹੜੇ ਕਾਰ ਦੀ ਪ੍ਰੋਡਕਸ਼ਨ ਕਰ ਰਹੀਆਂ ਨੇ ਉਹਦੇ ਪ੍ਰਾਈਸ ਤੇ ਕੰਟਰੋਲ ਹੋਏਗਾ, ਉਹ ਉਹਦੇ ਅਕੋਰਡਿੰਗ ਹੀ ਆਪਣੇ ਜਿਹੜੀ ਕਾਸਟ ਆ ਰਹੀ ਹੈ ਜਿੰਨੀ ਕਾਰਸ ਦੀ ਪ੍ਰੋਡਕਸ਼ਨ ਜਾਂ ਕਿਸੇ ਵੀ ਗੁੱਡ ਦੀ ਪ੍ਰੋਡਕਸ਼ਨ ਤੇ ਉਹਦੇ ਅਕੋਰਡਿੰਗ ਪ੍ਰਾਈਸਿਸ ਕੀ ਨੇ, ਫਿਕਸ ਹੋਣਗੇ। ਤਾਂ ਪ੍ਰਾਈਸਿਸ ਦਾ ਖੁਦ ਇਹਨਾਂ ਤੇ ਕੰਟਰੋਲ ਹੁੰਦਾ ਹੈ। ਡਿਫਿਕਲਟੀਜ਼ ਆਫ ਐਂਟਰ ਐਂਡ ਐਡਜਸਟ, ਕਹਿੰਦੇ ਇਸ ਤਰ੍ਹਾਂ ਓਲੀਗੋਪੋਲੀ ਮਾਰਕੀਟ ਦੇ ਵਿੱਚ ਕਹਿੰਦੇ ਜਿਹੜੀਆਂ ਡਿਫਰੈਂਟ ਫਰਮਸ ਨੇ ਨਾ ਤਾਂ ਈਜ਼ੀਲੀ ਐਂਟਰੀ ਕਰ ਸਕਦੀਆਂ ਨੇ ਤੇ ਨਾ ਹੀ ਪੁਰਾਣੀਆਂ ਫਰਮਸ ਨੇ ਜਿਹੜੀਆਂ ਈਜ਼ੀਲੀ ਛੱਡ ਕੇ ਜਾ ਸਕਦੀਆਂ ਨੇ। ਐਡਵਰਟਾਈਜ਼ਮੈਂਟ ਐਂਡ ਸੇਲ ਪ੍ਰਮੋਸ਼ਨਸ, ਕਹਿੰਦੇ ਓਲੀਗੋਪੋਲੀ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਕਹਿੰਦੇ ਉਹ ਆਪਣੇ ਪ੍ਰੋਡਕਟਸ ਦੀ ਡਿਮਾਂਡ ਵਧਾਉਣ ਦੇ ਲਈ ਐਡਵਰਟਾਈਜ਼ਮੈਂਟ ਤੇ ਸੇਲ ਪ੍ਰਮੋਸ਼ਨ ਤੇ ਬਹੁਤ ਜ਼ਿਆਦਾ ਕਾਸਟ ਖਰਚ ਕਰਦੀਆਂ ਨੇ। ਜਿਵੇਂ ਕਿ ਤੁਸੀਂ ਹੁਣ ਦੇਖਿਆ ਹੋਣਾ, ਮਾਰੂਤੀ ਸੁਜ਼ੂਕੀ ਫੋਰਚੂਨਰ ਹੋ ਗਿਆ, ਆਪਣਾ ਇਨੋਵਾ ਹੋ ਗਿਆ, ਉਹਨਾਂ ਦੀ ਐਡਸ ਕਿੰਨੀਆਂ ਆਉਂਦੀਆਂ ਨੇ, ਐਡਵਰਟਾਈਜ਼ਮੈਂਟ ਕਿੰਨੀਆਂ ਆਉਂਦੀਆਂ ਨੇ, ਕਿਉਂ ਆਉਂਦੀਆਂ ਨੇ, ਸੇਲ ਨੂੰ ਪ੍ਰਮੋਟ ਕਰਨ ਦੇ ਲਈ, ਤਾਂ ਜੋ ਕਿਸ ਤਰ੍ਹਾਂ ਆਪਣੀ ਜਿਹੜੀ ਆਪਣੀ ਸੇਲ ਆ ਉਹਨੂੰ ਆਪਾਂ ਕੀ ਕਰ ਸਕੀਏ, ਇਨਕਰੀਜ਼ ਕਰ ਸਕੀਏ। ਤੇ ਇਹਨਾਂ ਦੇ ਵਿੱਚ ਕੀ ਹੁੰਦਾ, ਕੀਨ ਕੰਪੀਟੀਸ਼ਨ ਹੁੰਦਾ। ਕੀਨ ਕੰਪੀਟੀਸ਼ਨ ਮੀਨਸ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਆਪਾਂ ਆਪਣੇ ਪ੍ਰੋਡਕਟਸ ਨੂੰ ਅਪ ਲੈ ਕੇ ਜਾ ਸਕੀਏ, ਕਿਸ ਤਰ੍ਹਾਂ ਆਪਾਂ ਆਪਣੇ ਪ੍ਰੋਡਕਟਸ ਦੀ ਡਿਮਾਂਡ ਨੂੰ ਇਨਕਰੀਜ਼ ਕਰ ਸਕੀਏ। ਤਾਂ ਕਈ ਫੀਚਰਸ ਵੀ ਦਿੱਤੇ ਜਾਂਦੇ ਨੇ ਜਾਂ ਫਿਰ ਕਈ ਆਪਣੇ ਜੋ ਕਸਟਮਰਸ ਨੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਸਾਡਾ ਪ੍ਰੋਡਕਟ ਦੂਸਰੇ ਪ੍ਰੋਡਕਟਸ ਤੋਂ ਇੱਕ ਤਰ੍ਹਾਂ ਦੀ ਡਿਫਰੈਂਟ ਹੈ, ਇਹਦੇ ਇਹ ਫੀਚਰਸ ਨੇ, ਤੁਸੀਂ ਇਹਨੂੰ ਬਾਏ ਕਰੋ। ਠੀਕ ਹੈ, ਤੇ ਉਸ ਤੋਂ ਬਾਅਦ ਹੋਮੋਜੀਨੀਅਸ ਐਂਡ ਡਿਫਰੈਂਸ਼ੀਏਟ ਪ੍ਰੋਡਕਟਸ, ਤੇ ਜਿਹੜੇ ਓਲੀਗੋਪੋਲੀ ਆ ਇਹਦੇ ਵਿੱਚ ਜਿਹੜੇ ਪ੍ਰੋਡਕਟਸ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਹੋਮੋਜੀਨੀਅਸ ਵੀ ਹੋ ਸਕਦੇ ਨੇ ਤੇ ਡਿਫਰੈਂਟ ਵੀ ਹੋ ਸਕਦੇ ਨੇ। ਦੋਨੇ ਤਰ੍ਹਾਂ ਦੇ ਪ੍ਰੋਡਕਟਸ ਹੋ ਸਕਦੇ ਨੇ ਜਿਨ੍ਹਾਂ ਨੂੰ ਜਿਹੜੀਆਂ ਫਰਮਸ ਨੇ ਕੀ ਕਰਦੀਆਂ ਨੇ, ਪ੍ਰੋਡਿਊਸ ਕਰਦੀਆਂ। ਇਹ ਤਾਂ ਸੀਗੇ ਆਪਣੀ ਓਲੀਗੋਪੋਲੀ ਦੇ ਫੀਚਰਸ। ਤੇ ਇਸ ਤੋਂ ਬਾਅਦ ਹੈ ਡਿਓਪੋਲੀ। ਡਿਓਪੋਲੀ ਕੀ ਹੁੰਦਾ, ਡਿਓਪੋਲੀ ਦੇ ਵਿੱਚ ਦੋ ਫਰਮਸ, ਮੋਸਟਲੀ ਨਾਮ ਤੋਂ ਹੀ ਕਲੀਅਰ ਹੈ, ਜਿਹਦੇ ਵਿੱਚ ਕਹਿੰਦੇ ਟੂ ਫਰਮਸ ਹੋਣ। ਠੀਕ ਹੈ, it is that situation of market in which there are only two producers, two firms and two producers will fixing the price, firms takes into consideration the price charged by the other firms producing similar products। ਜਿਹੜੀਆਂ ਦੋ ਫਰਮਸ ਨੇ ਉਹ ਕੀ ਕਰ ਸਕਦੇ ਨੇ, ਸੇਮ ਤਰ੍ਹਾਂ ਦੇ ਪ੍ਰੋਡਕਟਸ ਨੂੰ ਵੀ ਪ੍ਰੋਡਿਊਸ ਕਰ ਸਕਦੇ ਨੇ, ਡਿਫਰੈਂਟ ਪ੍ਰੋਡਕਟਸ ਨੂੰ ਵੀ ਕੀ ਆ ਪ੍ਰੋਡਿਊਸ ਕਰ ਸਕਦੇ ਨੇ। ਜਦੋਂ ਦੋ ਫਰਮਸ ਇਕੱਠੇ ਹੋ ਕੇ ਕਿਸੇ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਨ, ਦੈਟ ਇਜ਼ ਆ ਡਿਓਪੋਲੀ। ਤਾਂ ਡਿਓਪੋਲੀ ਦੇ ਵਿੱਚ ਕੀ ਹੁੰਦਾ, ਕਹਿੰਦੇ ਐਗਰੀਮੈਂਟ ਸਾਈਨ ਹੁੰਦਾ ਟੂ ਫਰਮਸ ਦੇ ਵਿੱਚ ਤੇ ਪ੍ਰਾਈਸ ਇਹਨਾਂ ਦਾ ਫਿਕਸ ਹੁੰਦਾ। ਤੇ ਇਹਦੇ ਵਿੱਚ ਕੀ ਆ, ਮਿਨੀਮਮ ਪ੍ਰਾਈਸ ਫਿਕਸ ਕੀਤਾ ਜਾਂਦਾ। ਕੋਈ ਵੀ ਕਹਿੰਦੇ ਫਰਮ ਆ ਜਿਹੜੀ ਉਹ ਆਪਣੇ ਅਕੋਰਡਿੰਗ ਪ੍ਰਾਈਸ ਚੇਂਜ ਨਹੀਂ ਕਰ ਸਕਦੀ ਤੇ ਇਹਦੇ ਵਿੱਚ ਫ੍ਰੀ ਐਂਟਰੀ ਤੇ ਐਡਜਸਟੈਂਸ ਨਹੀਂ ਹੋ ਸਕਦੀ। ਨਾ ਤਾਂ ਕੋਈ ਨਵੀਂ ਫਰਮ ਐਂਟਰ ਹੋ ਸਕਦੀ ਆ ਤੇ ਨਾ ਹੀ ਪੁਰਾਣੀ ਫਰਮ ਛੱਡ ਕੇ ਜਾ ਸਕਦੀ ਹੈ। ਤੇ ਦੋਨਾਂ ਦੇ ਵਿੱਚ ਜਿਹੜੀ ਦੋ ਫਰਮਸ ਨੇ, ਦੋ ਪ੍ਰੋਡਿਊਸਰਸ ਨੇ, ਉਹਨਾਂ ਦੇ ਵਿੱਚ ਕੀ ਹੁੰਦਾ, ਮਿਊਚੁਅਲ ਰਿਲੇਸ਼ਨਸ਼ਿਪ ਹੁੰਦਾ। ਤਾਂ ਉਸ ਦੇ ਵਿੱਚ ਮਿਊਚੁਅਲ ਰਿਲੇਸ਼ਨਸ਼ਿਪ ਕੀ ਹੁੰਦਾ ਕਿ ਆਪਾਂ ਨੇ ਐਨੀ ਪ੍ਰੋਡਕਸ਼ਨ ਕਰਨੀ ਆ ਤੇ ਜਿਹੜੀ ਪ੍ਰੋਡਕਸ਼ਨ ਉਹਦਾ ਪ੍ਰਾਈਸਿਸ ਇਹ ਫਿਕਸ ਕੀਤਾ ਹੈ, ਇਹ ਪ੍ਰਾਈਸਿਸ ਮਿਨੀਮਮ ਆ, ਇਸ ਪ੍ਰਾਈਸ ਤੋਂ ਜ਼ਿਆਦਾ ਆਪਾਂ ਆਪਣੇ ਪ੍ਰੋਡਕਟ ਦੀ ਸੇਲ ਨਹੀਂ ਕਰ ਸਕਦੇ। ਤੇ ਐਗਰੀਮੈਂਟ ਵੀ ਇਹਨਾਂ ਦੇ ਵਿੱਚ ਕੀ ਹੁੰਦਾ, ਸਾਈਨ ਹੁੰਦਾ। ਤੇ ਇਹਨਾਂ ਦੇ ਵਿੱਚ ਜਿਹੜੇ ਪ੍ਰੋਡਕਟ ਨੇ ਉਹ ਡਿਫਰੈਂਟ ਵੀ ਹੋ ਸਕਦੇ ਨੇ ਤੇ ਸੇਮ ਵੀ ਹੋ ਸਕਦੇ ਨੇ। ਕੋਈ ਨਵੀਂ ਫਰਮ ਨਾ ਤਾਂ ਆ ਸਕਦੀ ਤੇ ਨਾ ਹੀ ਪੁਰਾਣੀ ਫਰਮ ਜਿਹੜੀ ਦੋਨਾਂ ਦੇ ਵਿੱਚੋਂ ਛੱਡ ਕੇ ਜਾ ਸਕਦੀ ਹੈ। ਤੇ ਇਹ ਫਰਮਾਂ ਮੋਸਟਲੀ ਜਿਹੜੇ ਆਪਣੇ ਪ੍ਰਾਈਸਿਸ ਨੇ ਉਹ ਕੀ ਹਾਇਰ ਨੇ, ਜਿਹੜੇ ਉਹ ਕੀ ਕਰਨੀਆਂ, ਫਿਕਸ ਕਰਨੀ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਡਿਓਪੋਲੀ ਆ ਕਿ ਅਸੀਂ ਦੋਵੇਂ ਫਰਮਾਂ ਤੇ ਅਸੀਂ ਦੋਨਾਂ ਨੇ ਹੀ ਇਸ ਗੁੱਡ ਦੀ ਕੀ ਕਰਨੀ ਆ, ਪ੍ਰੋਡਕਸ਼ਨ ਕਰਨੀ ਆ। ਉਹ ਪੇਟੈਂਟ ਰਾਈਟ ਤੇ ਲਾਇਸੈਂਸ ਦੋਨੇ ਲੈ ਕੇ ਰੱਖਦੇ ਨੇ ਕਿ ਉਹਨਾਂ ਨੇ ਕਿਹੜੇ ਪ੍ਰੋਡਕਟ ਨੂੰ, ਕਿਹੜੇ ਬ੍ਰਾਂਡ ਨੂੰ ਕੀ ਆ ਪ੍ਰੋਡਿਊਸ ਕਰਨਾ। ਦਿਸ ਇਜ਼ ਆ ਡਿਓਪੋਲੀ।
ਉਸ ਤੋਂ ਬਾਅਦ ਨੈਕਸਟ ਔਨ ਦ ਬੇਸਿਸ ਆਫ ਪ੍ਰੋਸੈਸ ਆਫ ਸੇਲ। ਸਭ ਤੋਂ ਪਹਿਲਾਂ ਆਪਾਂ ਇਸ ਤੋਂ ਇੱਕ ਤੋਂ ਪਹਿਲਾਂ ਇਹਦਾ ਏਰੀਆ ਜਾਂ ਡਿਫਰੈਂਟ ਥੋੜ੍ਹਾ ਜਿਹਾ ਦੇਖ ਸਕਦੇ ਹਾਂ ਕਿ ਔਨ ਦ ਬੇਸਿਸ ਆਫ ਕਲਾਸੀਫਿਕੇਸ਼ਨ ਆਫ ਮਾਰਕੀਟ। ਕਲਾਸੀਫਿਕੇਸ਼ਨ ਆਫ ਮਾਰਕੀਟ ਦੇ ਵਿੱਚ ਤੁਸੀਂ ਦੇਖੀਏ ਕਿ ਮੇਨ ਜੋ ਆਪਣਾ ਲੌਂਗ ਕੁਐਸਚਨਸ ਬਣਦਾ ਸੀਗਾ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ। ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਆਪਣਾ ਡਿਊਪੋਲੀ, ਓਲੀਗੋਪੋਲੀ, ਠੀਕ ਹੈ, ਤੇ ਮੋਨੋਪੋਲਿਸਟਿਕ ਕੰਪੀਟੀਸ਼ਨ। ਤੇ ਉਸ ਤੋਂ ਬਾਅਦ ਕੀ ਆਉਂਦਾ ਆਪਣਾ ऑन द बेसिस ऑफ प्रोसेस ऑफ सेल। सेल दे बेस ते जो अपनी मार्केट के पार्टीशंस कितने हैं। तो सब तो पहला है मार्केट ऑन द बेसिस ऑफ इन्वेस्टिगेशन। इन्वेस्टिगेशन और इस तरह के प्रोडक्ट्स वाली मार्केट जिथे कहते इन्वेस्टिगेशन जरूरी है, जिथे टाइम टू टाइम रिसर्च की जाती है, ठीक है, कि किस तरह आप अपने प्रोडक्ट्स की मार्केट बढ़ा सकते, अपने प्रोडक्ट्स की मेन मोटिव की होना चाहिए है, प्रोडक्ट्स की सेल्स किस तरह इंक्रीज होएगी, प्रोडक्ट्स के इंग्रेडिएंट्स की होने चाहिए हैं, प्रोडक्ट का साइज की होना चाहिए है, ठीक है, जो इन्वेस्टिगेशन पे डिपेंड करते हैं। दैट इज कॉल्ड मार्केट ऑन द बेसिस ऑफ इन्वेस्टिगेशन। उस तो बाद है मार्केट ऑन द बेसिस ऑफ प्रूफ्स। कहते कई बार मार्केट्स में की करना पैंदा, कुछ ना कुछ प्रूफ देना पैंदा जो किसी चीज़ की प्रोडक्शन करते हैं या कोई भी एक्टिविटी करते हैं। तो प्रूफ के बेस पर जो मार्केट है, जिमें कि आप जो कोई भी वर्क स्टार्ट करते हैं आपको लाइसेंस लेना पैंदा ते पेटेंट राइट लेना पैंदा जो आप डिफरेंट टाइप्स ऑफ प्रोडक्ट को प्रोड्यूस करना है, ठीक है, जिते अपनी ही सिर्फ मोनोपोली होवे तब वो प्रूफ के बेस पर भी जो एक मार्केट बनती है उनको प्रूफ मार्केट के लै जाते हैं। मार्केट ऑन द बेसिस ऑफ ग्रेडिंग। ग्रेडिंग के बेस पर मार्केट तुम देखते होंगे कि हुण ग्रेडिंग सिस्टम शुरू हो गया है। ए ग्रेड के प्रोडक्ट, बी ग्रेड के प्रोडक्ट, सी ग्रेड के प्रोडक्ट एंड डी ग्रेड के। तो ग्रेडिंग के विच की होंदा तुसीं देख सकते हो कि वेट है, वेट दी डिफरेंट किस्मां आउंदियां ने, वैरायटीज़ आउंदियां ने। आपां कहदे ने कि ए ग्रेड दी वीट है, ए ग्रेड दी वीट है तो इहदी कॉस्ट की है 5000 है, ते दिस इज अ बी ग्रेड वीट जिहदी प्राइस कितनी है 4500 है, एंड दिस इज अ सी ग्रेड जिसकी जिहड़ी प्राइस है कितनी है 4000 है। ਤਾਂ ਫਿਰ ਇਹ ਕੀ ਹੈ डिफरेंट ग्रेडिंग सिस्टम्स ਦੇ ਵਿੱਚ ਜਾਂਦੇ ਜਦੋਂ ग्रेड ਦੇ बेस ਤੇ प्राइस फिक्स ਕੀਤਾ ਜਾਂਦਾ ਹੈ, ग्रेड ਦੇ बेस ਤੇ प्रोडक्ट्स ਨੂੰ सेल ਕੀਤਾ ਜਾਂਦਾ ਹੈ, ਜਾਂ ਫਿਰ ਕਹਿੰਦੇ ਇਹਦੇ ਵਿੱਚ ਮਾਰਕੀਟਸ ਤੇ ਵੀ ਆ ਗਿਆ ਦਿਸ ਇਜ਼ ਆ 1 ਨੰਬਰ ਦੀ ਮਾਰਕੀਟ, 2 ਨੰਬਰ ਦੀ 2 ਨੰਬਰ ਮਾਰਕੀਟ। ਇੱਥੇ ਜੋ ਸਮਾਨ ਹੈ ਚੋਰੀ ਦਾ ਵਿਕਦਾ ਹੈ, ਇੱਥੇ ਜੋ ਫਰੈਸ਼ ਸਮਾਨ ਹੈ 1 ਨੰਬਰ ਦੇ ਵਿੱਚ ਉਹ ਮਿਲਦਾ ਹੈ, ਠੀਕ ਹੈ, ਚਾਰजेस ਵਗੈਰਾ ਸਹੀ ਲੱਗਦੇ ਨੇ। ਤਾਂ डिफरेंट टाइप्स ऑफ ग्रेडिंग सिस्टम ਦੇ बेस ਤੇ ਕੀ ਹੈ मार्केट है। एंड उस तो बाद मार्केट ऑन द बेसिस ऑफ ट्रेड मार्केट। ट्रेड मार्केट के बेस पे भी जितने कहते डिफरेंट टाइप्स ऑफ ट्रेड्स होती हैं। इतनी एक गुड की ट्रेड भी हो सकती है, डिफरेंट गुड्स की ट्रेड भी हो सकती है, जिमें कि कई गुड्स से सिर्फ फूड प्रोडक्ट्स की ही ट्रेड होती है, कई गुड्स से कई प्लेसिस से सिर्फ कमर्शियल गुड्स की ही ट्रेड होती है। तो ट्रेड मार्केट के मोस्टली की है ये वो मार्केट है जिथे ਜਾਂ ਫਿਰ बोल सकते हो ਤੁਸੀਂ बाहर गुड्स ਨੂੰ एक्सपोर्ट इंपोर्ट करने के लिए की ज़्यादा ट्रेड की जाती है। बाहरों समान ਜਾਂ ਤਾਂ ਮੰਗਵਾਇਆ ਜਾਂਦਾ ਜਾਂ ਭੇਜ ਜਾਂਦਾ ਹੈ ਇੱਕ ਸਟੇਟ ਤੋਂ ਦੂਸਰੀ ਸਟੇਟ ਨੂੰ, ਇੱਕ ਡਿਸਟ੍ਰਿਕਟ ਤੋਂ ਦੂਸਰੀ ਡਿਸਟ੍ਰਿਕਟ ਨੂੰ, ਇੱਕ ਕੰਟਰੀ ਤੋਂ ਦੂਸਰੀ ਕੰਟਰੀ ਨੂੰ, ਠੀਕ ਹੈ। ਤਾਂ ਇਹਦੇ ਵਿੱਚ ਕੀ ਆ ਜੋ ਟ੍ਰੇਡ ਦੇ ਲਈ ਵਰਤੀ ਜਾਂਦੀ ਦਿਸ ਇਜ਼ ਅ ਟ੍ਰੇਡ ਮਾਰਕੀਟ, ਠੀਕ ਹੈ, ਜਿੱਥੇ ਕੋਈ ਵੀ ਵਸਤੂ ਨੂੰ ਆਪਾਂ ਐਕਸਪੋਰਟ ਇੰਪੋਰਟ ਕਰ ਸਕਦੇ ਹਾਂ, ਲੈ ਦੇ ਸਕਦੇ ਹਾਂ। ਤਾਂ ਇਹਦਾ ਸੀਗਾ ਔਨ ਦਾ ਬੇਸਿਸ ਆਫ ਪ੍ਰੋਸੈਸ ਆਫ ਸੇਲ। ਤੇ ਇਸ ਤੋਂ ਬਾਅਦ ਹੈ ਔਨ ਦਾ ਬੇਸਿਸ ਆਫ ਸਪੈਸ਼ਲਾਈਜੇਸ਼ਨ। ਸਪੈਸ਼ਲਾਈਜੇਸ਼ਨ ਪਤਾ ਹੀ ਹੈ ਤੁਹਾਨੂੰ कि जो डिफरेंट फॉर्म्स ने वो अपने वर्क के विच की होंगे ने स्पैशल होंगे ने, स्पैशलाइजेशन होंगी ने, जानिया जाती ने। ये प्रोडक्ट सानू इत्थे ही मिलेगा, इस मार्केट के विच ही मिलेगा। तो ये फर्स्ट है फिर मिक्स मार्केट। मिक्स मार्केट वो होंगी है जिहदे मिक्स टाइप्स ऑफ प्रोडक्ट्स मिलते हैं। मिक्स टाइप्स ऑफ प्रोडक्ट्स मीनस मेरे नज़दीक ही लोकल एरिए के विच लोकल मार्केट है जिथे मैनू फ्रूट्स भी मिलते हैं, पल्सिस भी मिलते हैं, ठीक है, मैनू सोप भी मिलता है, तो मैनू ऑयल भी मिलता है, तो मैनू ब्लैंकेट वगैरह भी मिलते हैं। मीनस हर तरह के जिथे मैनू प्रोडक्ट्स अवेलेबल ने जिन्होंने मैं ईजिली की कर सकती हाँ बाय कर सकती हूँ, ठीक है। एनी टाइप ऑफ प्रोडक्ट्स जिमें कि हम तुसीं देखिया होना अपने एरियाज़ दे विच मॉल्स खुलते हैं, मॉल्स दे विच किया अपने स्मार्ट बाजार आ जाते हैं जिन्हों के विच किया मैं एंट्री की तो एनी टाइप ऑफ प्रोडक्ट्स मैं की कर सकती हाँ बाय कर सकती हूँ। दिस इज़ अ मिक्स मार्केट। आप की बोलते हैं मिक्स मार्केट बोलते हैं, या फिर एक बाजार के थोड़े थोड़े प्लेस के नाल दी नाल शॉप्स ने, किते बुक मिलती है, किते फूड मिल रहा है, किते क्लोथ्स मिलते हैं, ठीक है। तो दिस इज़ अ मिक्स मार्केट। एक एरिए के जिथे जाके मैं अपनी जिन्नियां भी मैनू डिमांड्स ने, जिन्नी भी मैनू कुछ चाहिए मैं ईजिली की कर सकती हाँ पूरियां कर सकती हाँ।
स्पेशल मार्केट, सेकंड इज द स्पेशल मार्केट। स्पेशल मार्केट जो किसी पर्टिकुलर प्लेस ਤੇ ਲੱਗਦੀ ਹੈ ਤੇ ਕਿਸੇ पर्टिकुलर प्रोडक्ट ਨਾਲ ਲਿੰਕ ਕਰਦੀ ਹੈ ਕਿ ਇਸ ਪਲੇਸ ਤੇ ਮੈਨੂੰ ਇਹੀ ਪ੍ਰੋਡਕਟ ਈਜ਼ੀਲੀ ਕੀ ਹੋ ਸਕਦਾ, ਮਿਲ ਸਕਦਾ। ਅਗਰ ਮੈਂ ਇਹ ਪ੍ਰੋਡਕਟ ਨੂੰ ਬਾਏ ਕਰਨਾ ਤਾਂ ਮੈਨੂੰ ਉੱਥੇ ਜਾਣਾ ਪਏਗਾ, ਉੱਥੇ ਦਾ ਪ੍ਰਾਈਸ ਇਹ ਹੈ ਤੇ ਉੱਥੇ ਮੈਨੂੰ ਪ੍ਰੋਡਕਟ ਈਜ਼ੀਲੀ ਅਵੇਲੇਬਲ ਹੈ। ਜਿਵੇਂ ਕਿ ਹੁਣ ਮੈਂ ਫਰੂਟਸ ਬਾਏ ਕਰਨੇ ਨੇ ਤਾਂ ਮੈਨੂੰ ਪਤਾ ਹੈ ਕਿ ਫਰੂਟਸ ਮੈਨੂੰ ਅੱਛੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮੈਨੂੰ ਅੱਛੇ ਫਰੈਸ਼ ਅੱਛੇ ਤੇ ਆਪਣੇ ਰੀਜ਼ਨੇਬਲ ਪ੍ਰਾਈਸਿਸ ਤੇ ਕਿੱਥੇ ਮਿਲ ਸਕਦੇ ਨੇ, ਮੰਡੀ ਦੇ ਵਿੱਚ ਮਿਲ ਸਕਦੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਅਗਰ ਮੈਂ ਗੋਲਡ ਬਾਏ ਕਰਨਾ ਹੈ ਜਾਂ ਫਿਰ ਗੋਲਡ ਬਾਏ ਕਰਨਾ ਤਾਂ ਫਿਰ ਗੋਲਡ ਦੀਆਂ ਸ਼ਾਪਸ ਅਲੱਗ ਤੋਂ ਬਣੀ ਹੋਈਆਂ ਨੇ, ਤਾਂ ਗੋਲਡ ਮਾਰਕੀਟ ਦੇ ਵਿੱਚ ਮੈਂ ਈਜ਼ੀਲੀ ਗੋਲਡ ਬਾਏ ਕਰ ਸਕਦੀ ਹਾਂ। ਤਾਂ ਇਸ ਤੋਂ ਇਲਾਵਾ ਮੈਂ ਬੁੱਕਸ ਬਾਏ ਕਰਨੀ ਨੇ ਤਾਂ ਬੁੱਕਸ ਮਾਰਕੀਟ ਬਣੀ ਹੁੰਦੀ ਹੈ ਹਰੇਕ ਏਰੀਏ ਦੇ ਵਿੱਚ, ਤਾਂ ਉਸ ਬੁੱਕਸ ਮਾਰਕੀਟ ਦੇ ਵਿੱਚ ਮੈਂ ਆਪਣੇ ਜੋ ਵੀ ਮੈਨੂੰ ਬੁੱਕਸ ਚਾਹੀਦੀਆਂ ਨੇ ਉਹਨਾਂ ਨੂੰ ਬਾਏ ਕਰ ਸਕਦੀ ਹਾਂ। ਸਪੈਸ਼ਲ ਜਾਂ ਫੂਡ ਮਾਰਕੀਟ, ਫੂਡ ਪਲੇਸਿਸ ਬਣੇ ਹੁੰਦੇ ਨੇ ਇੱਕ ਜਗ੍ਹਾ 'ਤੇ ਜਿੱਥੇ ਮੈਨੂੰ ਈਜ਼ੀਲੀ ਫੂਡ ਅਵੇਲੇਬਲ ਮਿਲ ਸਕਦਾ ਹੈ। ਜਾਂ ਫਿਰ ਇੱਕ ਆਪਾਂ ਬੋਲ ਸਕਦੇ ਜਾਨਵਰਾਂ ਦੀ ਕਾਓਸ ਤੇ ਬਫੈਲੋਸ ਦੀਆਂ ਲੱਗਦੀਆਂ ਨੇ, ਮੰਡੀਆਂ ਲੱਗਦੀਆਂ ਨੇ, ਹਾਰਸਿਸ ਦੀਆਂ ਮਾਰਕੀਟਸ ਹੁੰਦੀਆਂ ਨੇ, ਠੀਕ ਹੈ, ਜੋ ਸਪੈਸ਼ਲ 6 ਜਾਂ ਮੰਥ ਜਾਂ 1 ਈਅਰ ਬਾਅਦ ਲੱਗਦੀਆਂ ਨੇ, ਠੀਕ ਹੈ, ਜਾਂ ਮੰਥਲੀ ਲੱਗਦੀਆਂ ਨੇ। ਤਾਂ ਉੱਥੇ ਮੈਂ ਕੋਈ ਵੀ ਜਿਹੜਾ ਐਨੀਮਲਸ ਹੈ, ਜਿਸ ਐਨੀਮਲਸ ਦੀ ਮੰਡੀ ਲੱਗ ਰਹੀ ਹੈ ਉੱਥੇ ਮੈਂ ਉਹਨਾਂ ਨੂੰ ਈਜ਼ੀਲੀ ਬਾਏ ਕਰ ਸਕਦੀ। ਦਿਸ ਇਜ਼ ਦਾ ਸਪੈਸ਼ਲ ਟਾਈਪ ਆਫ ਮਾਰਕੀਟ। ਜਾਂ ਫਿਰ ਸਪੈਸ਼ਲ ਮਾਰਕੀਟਿੰਗ ਇੱਦਾਂ ਦੀ ਹੁੰਦੀ ਹੈ ਜੋ ਇੱਕ ਸੀਜ਼ਨ ਦੇ ਵਿੱਚ ਸਪੈਸ਼ਲ ਟਾਈਮ ਲੱਗਣੀ ਹੁੰਦੀ ਆ। ਸਾਨੂੰ ਪਤਾ ਹੁੰਦਾ ਹੈ ਕਿ ਇਸ ਟਾਈਮ ਇਸ ਪ੍ਰੋਡਕਟ ਦੀ ਮਾਰਕੀਟ ਲੱਗਣੀ, ਇਸ ਪ੍ਰੋਡਕਟ ਨੂੰ ਮੈਂ ਈਜ਼ੀਲੀ ਬਾਏ ਕਰ ਸਕਦਾ। ਜੋ ਮੰਥਲੀ ਲੱਗਦੀ ਆ ਜਾਂ ਫਿਰ ਸੀਜ਼ਨ ਦੇ ਅਕੋਰਡਿੰਗ ਲੱਗਦੀ ਹੈ। ਦਿਸ ਇਜ਼ ਦਾ ਸਪੈਸ਼ਲ ਮਾਰਕੀਟ ਜਿੱਥੇ ਸਪੈਸ਼ਲ ਟਾਈਪ ਦਾ ਪ੍ਰੋਡਕਟ ਮਿਲਦਾ, ਠੀਕ ਹੈ। ਤੇ ਸਾਨੂੰ ਪਤਾ ਹੁੰਦਾ ਕਿ ਇਸ ਪਲੇਸ ਤੋਂ ਅਸੀਂ ਪਰਟੀਕੂਲਰ ਪਲੇਸ ਤੋਂ ਇਹ ਪਰਟੀਕੂਲਰ ਜੋ ਪ੍ਰੋਡਕਟ ਹੈ ਉਹਨੂੰ ਬਾਏ ਕਰ ਸਕਦੇ ਹਾਂ। ਤੇ ਇਹ ਮਾਰਕੀਟ ਕਿਸੇ ਸਪੈਸ਼ਲ ਤਰ੍ਹਾਂ ਦੇ ਪ੍ਰੋਡਕਟ ਨੂੰ ਬਣਾਉਣ ਦੇ ਵਿੱਚ ਵੀ ਕੀ ਹੁੰਦੀ ਹੈ, ਸਪੈਸ਼ਲ। ਇਸ ਤੋਂ ਬਾਅਦ ਹੈ ਔਨ ਦ ਬੇਸਿਸ ਆਫ ਕੁਆਂਟੀਟੀ ਸੇਲ। ਕੁਆਂਟੀਟੀ ਸੇਲ, ਕੁਆਂਟੀਟੀ ਤੇ ਬੇਸ ਤੇ ਜੋ ਹੈ ਆਪਣੀ ਸੇਲ, ਠੀਕ ਹੈ। ਤੁਸੀਂ ਦੇਖੋ ਨਾ ਕਿ ਕੁਆਂਟੀਟੀ ਦੇ ਬੇਸ ਤੇ ਜਿਹੜੀ ਮਾਰਕੀਟ ਹੁੰਦੀ ਹੈ ਟੂ ਟਾਈਪਸ ਦੀ ਹੁੰਦੀ ਆ। ਇੱਕ ਤਾਂ ਰਿਟੇਲ ਮਾਰਕੀਟ ਹੁੰਦੀ ਹੈ, ਇੱਕ ਹੋਲਸੇਲ ਮਾਰਕੀਟ ਹੁੰਦੀ ਹੈ। ਰਿਟੇਲ ਮਾਰਕੀਟ ਕਿਹੜੀ ਹੁੰਦੀ ਆ, ਰਿਟੇਲ ਮਾਰਕੀਟਸ ਦੇ ਵਿੱਚ ਜਿਹੜੇ ਸਮਾਲ ਸ਼ਾਪਕੀਪਰਸ ਨੇ ਉਹ ਆ ਜਾਂਦੇ ਹੁੰਦੇ ਨੇ। ਤੇ ਜਿਹੜੀ ਹੋਲਸੇਲ ਮਾਰਕੀਟ ਹੁੰਦੀ ਆ ਉਹਦੇ ਵਿੱਚ ਜਿਹੜੇ ਲਾਰਜ ਸ਼ਾਪਸ ਨੇ, ਲਾਰਜ ਸ਼ਾਪਕੀਪਰਸ ਨੇ ਉਹ ਆ ਜਾਂਦੇ ਹੁੰਦੇ ਨੇ। ਤਾਂ ਜਦੋਂ ਮਾਰਕੀਟਿੰਗ ਹੁੰਦੀ ਹੈ ਤਾਂ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਜਦੋਂ ਇੱਕ ਫਰਮ ਦੇ ਵਿੱਚ, ਇੱਕ ਫੈਕਟਰੀ ਦੇ ਵਿੱਚ, ਇੱਕ ਇੰਡਸਟਰੀ ਦੇ ਵਿੱਚ ਗੁਡਸ ਦੀ ਪ੍ਰੋਡਕਸ਼ਨ ਹੁੰਦੀ ਆ ਤਾਂ ਉੱਥੋਂ ਸਭ ਤੋਂ ਪਹਿਲਾਂ ਉਹ ਪ੍ਰੋਡਕਸ਼ਨ ਕਿੱਥੇ ਜਾਂਦੀ ਆ, ਹੋਲਸੇਲ ਮਾਰਕੀਟ ਦੇ ਵਿੱਚ ਜਾਂਦੀ ਆ। ਹੋਲਸੇਲ ਮਾਰਕੀਟਸ ਦੇ ਵਿੱਚ ਕੀ ਹੁੰਦਾ ਹੈ, ਲਾਰਜ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹਨੂੰ ਬਾਏ ਕੀਤਾ ਜਾਂਦਾ ਹੈ, ਬਹੁਤ ਜ਼ਿਆਦਾ ਵੱਡੀ ਕੁਆਂਟੀਟੀ ਦੇ ਵਿੱਚ ਗੁਡਸ ਨੂੰ ਬਾਏ ਕੀਤਾ ਜਾਂਦਾ ਹੈ। ਤਾਂ ਫਿਰ ਇੰਡਸਟਰੀ ਦੇ ਫਰਮਸ ਤੋਂ ਉਹ ਹੋਲਸੇਲ ਮਾਰਕੀਟ ਤੇ ਜਾਂਦੀ ਆ ਤੇ ਹੋਲਸੇਲ ਮਾਰਕੀਟਸ ਤੋਂ ਬਾਅਦ ਹੀ ਉਹ ਕਿਹਦੇ ਵਿੱਚ ਜਾਂਦੀ ਆ, ਰਿਟੇਲ ਮਾਰਕੀਟ ਦੇ ਵਿੱਚ ਜਾਂਦੀ ਆ। ਰਿਟੇਲ ਮਾਰਕੀਟ ਮੀਨਸ ਉਹ ਮਾਰਕੀਟ ਜਿਹਦੇ ਵਿੱਚ ਸਮਾਲ ਸ਼ਾਪਸ ਹੁੰਦੀਆਂ ਨੇ ਤੇ ਸਮਾਲ ਸ਼ਾਪਸ ਕਿਸੇ ਵੀ ਤਰ੍ਹਾਂ ਦੇ ਜਿੰਨਾ ਵੀ ਪ੍ਰੋਡਕਟ ਨੂੰ ਸੇਲ ਕਰ ਰਹੀਆਂ ਨੇ ਉਹ ਕਿੱਥੋਂ ਬਾਏ ਕਰਦੀਆਂ ਨੇ, ਹੋਲਸੇਲ ਮਾਰਕੀਟ ਤੋਂ ਬਾਏ ਕਰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਫੈਕਟਰੀਜ਼ ਤੋਂ ਹੋਲਸੇਲ ਮਾਰਕੀਟ ਤੋਂ ਰਿਟੇਲ ਮਾਰਕੀਟ। ਰਿਟੇਲ ਮਾਰਕੀਟ ਕਿਤੇ ਵੀ ਹੋ ਸਕਦੀ ਆ, ਛੋਟੀ ਛੋਟੀ ਸ਼ਾਪਸ ਕਿਤੇ ਵੀ ਹੋ ਸਕਦੀਆਂ ਨੇ। ਜਾਂ ਤਾਂ ਕਿਸੇ ਆਪਾਂ ਸਿਟੀ ਦੇ ਵਿੱਚ ਲੈ ਲਓ ਜਿੱਥੇ ਛੋਟੀ ਛੋਟੀ ਸ਼ਾਪਸ ਨੇ ਉਹ ਸਮਾਨ ਵੇਚ ਰਹੀਆਂ ਨੇ, ਠੀਕ ਹੈ। ਜਾਂ ਪਿੰਡਾਂ ਦੇ ਵਿੱਚ ਦੇਖ ਲਓ ਤੁਸੀਂ, ਥੋਕ ਦੀ ਦੁਕਾਨ ਜਿਹਨੂੰ ਪਿੰਡਾਂ ਦੇ ਵਿੱਚ ਬੋਲਦੇ ਆਪਾਂ, ਛੋਟੀ ਛੋਟੀ ਦੁਕਾਨਾਂ ਜਿੱਥੇ ਆਪਾਂ ਨੂੰ ਸਮਾਨ ਮਿਲਦਾ ਹੈ, ਠੀਕ ਹੈ। ਦਿਸ ਇਜ਼ ਦ ਰਿਟੇਲ ਸ਼ਾਪਸ, ਠੀਕ ਹੈ। ਐਂਡ ਹੋਲਸੇਲ ਸ਼ਾਪਸ ਜਿਹੜੀਆਂ ਆਪਣੀਆਂ ਥੋਕ ਦੀਆਂ ਦੁਕਾਨਾਂ ਨੇ ਜਿੱਥੇ ਥੋੜਾ ਜਿਹਾ ਆਪਾਂ ਨੂੰ ਘੱਟ ਪ੍ਰਾਈਸਿਸ ਤੇ ਬਹੁਤ ਜ਼ਿਆਦਾ ਆਪਾਂ ਕੁਆਂਟੀਟੀ ਦੇ ਵਿੱਚ ਸਮਾਨ ਨੂੰ ਬਾਏ ਕਰ ਸਕਦੇ ਹਾਂ। ਤੇ ਇਹ ਸਿੱਧਾ ਡਾਇਰੈਕਟ ਇੰਡਸਟਰੀਜ਼ ਤੋਂ ਇੱਥੇ ਮਾਲ ਆਉਂਦਾ ਹੈ, ਠੀਕ ਹੈ। ਤੁਸੀਂ ਦੇਖੋ ਨਾ ਕਿ ਬਲੈਂਕਟਸ ਵਗੈਰਾ ਨੇ ਉਹ ਹੋਲਸੇਲ ਦੀ ਸ਼ਾਪਸ ਤੋਂ ਤੁਹਾਨੂੰ ਰੀਜ਼ਨੇਬਲ ਪ੍ਰਾਈਸਿਸ ਤੇ ਮਿਲਦੇ ਨੇ। ਤੇ ਉਸ ਤੋਂ ਬਾਅਦ ਰਿਟੇਲ ਸ਼ਾਪਸ ਜਾਂਦੇ ਨੇ ਕਿ ਉਹੀ ਬਲੈਂਕਟ ਸਾਨੂੰ ਉੱਥੋਂ ਕੀ ਮਿਲਦੇ ਨੇ, ਥੋੜੇ ਜਿਹੇ ਕਾਸਟਲੀ ਮਿਲਦੇ ਨੇ। ਤਾਂ ਰਿਟੇਲ ਮਾਰਕੀਟਸ ਦੇ ਵਿੱਚ ਕੀ ਆ, ਸਮਾਲ ਸ਼ਾਪਕੀਪਰਸ ਨੇ ਜਿਹੜੇ ਉਹ ਸਮਾਲ ਕੁਆਂਟੀਟੀ ਹੈ ਜਿਹੜੀਆਂ ਆਪਣੀਆਂ ਗੁਡਸ ਤੇ ਉਹਨਾਂ ਨੂੰ ਕੀ ਕਰਦੇ ਨੇ, ਸੇਲ ਕਰਦੇ ਨੇ। ਤੇ ਹੋਲਸੇਲ ਮਾਰਕੀਟਸ ਦੇ ਵਿੱਚ ਕਹਿੰਦੇ ਜਿਹੜੇ ਆਪਣੇ ਲਾਰਜ ਸ਼ਾਪਕੀਪਰਸ ਤੇ ਲਾਰਜ ਜਿਹੜੇ ਸੇਲਸਮੈਨ ਨੇ ਉਹ ਲਾਰਜ ਕੁਆਂਟੀਟੀ ਨੂੰ ਕੀ ਨੇ, ਲੈਸ ਪ੍ਰਾਈਸਿਸ ਤੇ ਸੇਲ ਕਰਦੇ ਨੇ। ਤੇ ਗੁਡਸ ਜਿਹੜੇ ਮਾਲ ਹੈ ਮਾਰਕੀਟ ਦਾ ਆਪਣਾ ਪ੍ਰੋਡਕਸ਼ਨ ਹੈ ਫੈਕਟਰੀਜ਼ ਦੀ, ਉਹ ਉਹਨਾਂ ਨੂੰ ਰਿਟੇਲ ਸ਼ਾਪਸ ਤੇ ਛੋਟੀ ਛੋਟੀ ਕੁਆਂਟੀਟੀ ਦੇ ਵਿੱਚ ਕੀ ਨੇ, ਪਹੁੰਚਾਉਂਦੇ ਨੇ। ਤਾਂ ਰਿਟੇਲ ਮਾਰਕੀਟ ਨੂੰ ਆਪਾਂ ਪਰਚੂਨ ਦੀਆਂ ਦੁਕਾਨਾਂ ਵੀ ਬੋਲ ਸਕਦੇ ਹਾਂ, ਠੀਕ ਹੈ। ਐਂਡ ਹੋਲਸੇਲ ਨੂੰ ਆਪਾਂ ਥੋਕ ਦੀ ਮਾਰਕੀਟ ਬੋਲ ਸਕਦੇ ਹਾਂ ਕਿ ਇੱਥੋਂ ਸਾਨੂੰ ਸਮਾਨ ਅੱਛੇ ਪ੍ਰਾਈਸਿਸ ਤੇ ਘੱਟ ਪ੍ਰਾਈਸਿਸ ਤੇ ਲਾਰਜ ਕੁਆਂਟੀਟੀ ਦੇ ਵਿੱਚ ਆਪਾਂ ਲੈ ਸਕਦੇ ਹਾਂ। ਤਾਂ ਇਹ ਅਲੱਗ-ਅਲੱਗ ਹੋਲਸੇਲ ਮਾਰਕੀਟਸ ਪਾਈਆਂ ਜਾਂਦੀਆਂ ਨੇ ਜਿੱਥੇ ਆਪਾਂ ਨੂੰ ਹੋਲਸੇਲ ਤੇ ਰੇਟ ਤੇ ਬੁੱਕਸ ਮਿਲਦੀਆਂ ਨੇ ਤੇ ਆਪਾਂ ਨੂੰ ਅਨਾਜ ਮਿਲਦਾ, ਪਲਸਿਸ ਮਿਲਦੀਆਂ ਨੇ, ਠੀਕ ਹੈ।
ਤਦ ਹੋਰ ਬਹੁਤ ਸਾਰਾ ਜਿਹੜਾ ਆਪਾਂ ਸਮਾਨ ਉੱਥੇ ਲਾਰਜ ਕੁਆਂਟੀਟੀ ਦੇ ਵਿੱਚ ਈਜ਼ੀਲੀ ਇੱਥੋਂ ਬਾਏ ਕਰ ਸਕਦੇ। ਉਸ ਤੋਂ ਬਾਅਦ ਹੈ ਔਨ ਦ ਬੇਸਿਸ ਆਫ ਲਾਅ ਦੇ ਬੇਸ ਤੇ ਜਿਹੜੀ ਆਪਣੀ ਮਾਰਕੀਟ ਹੈ ਇਹਨੂੰ ਟੂ ਟਾਈਪਸ ਦੇ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਹੁੰਦੀ ਹੈ ਲੀਗਲ ਮਾਰਕੀਟ, ਇੱਕ ਹੁੰਦੀ ਆ ਇਲੀਗਲ। ਕਾਨੂੰਨੀ ਅਤੇ ਗੈਰ ਕਾਨੂੰਨੀ ਬਾਜ਼ਾਰ। ਕਾਨੂੰਨੀ ਬਾਜ਼ਾਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਉਹ ਮਾਰਕੀਟ ਹੈ ਜਿੱਥੇ ਕਹਿੰਦੇ ਜਦੋਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ, ਕੋਈ ਵੀ ਫਾਰਮ ਜਾਂ ਪ੍ਰੋਡਿਊਸਰ ਕਿਸੇ ਚੀਜ਼ ਨੂੰ ਪ੍ਰੋਡਿਊਸਰ ਕਰਦਾ ਤਾਂ ਉਹ ਲੀਗਲੀ ਡਾਕੂਮੈਂਟਸ ਤੇ ਸਾਈਨ ਕਰਵਾਉਂਦਾ ਗਵਰਨਮੈਂਟ ਤੋਂ, ਠੀਕ ਹੈ, ਪਰਮਿਸ਼ਨ ਲੈਂਦਾ ਹੈ ਕਿ ਉਹਨੇ ਇਸ ਚੀਜ਼ ਦੀ ਪ੍ਰੋਡਕਸ਼ਨ ਕਰਨੀ ਹੈ ਤੇ ਉਹਨੇ ਇਸ ਚੀਜ਼ ਨੂੰ ਸੇਲ ਕਰਨਾ ਹੈ। ਉਹ ਉਸ ਚੀਜ਼ ਤੇ ਆਪਣਾ ਪੇਟੈਂਟ ਲੈਂਦਾ, ਲਾਇਸੈਂਸ ਲੈਂਦਾ ਹੈ। ਤਾਂ ਲੀਗਲੀ ਉਹ ਕੀ ਕਰਦਾ, ਪ੍ਰੋਡਕਸ਼ਨ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਕੀ ਕਰਦਾ, ਸੇਲ ਕਰਦਾ। ਦਿਸ ਇਜ਼ ਅ ਲੀਗਲ ਮਾਰਕੀਟ। ਤੇ ਇਲੀਗਲ ਮਾਰਕੀਟ ਕਹਿੰਦੇ ਜਿਹਦੇ ਵਿੱਚ ਕੋਈ ਵੀ ਲੀਗਲੀ ਡਾਕੂਮੈਂਟ ਸਾਈਨ ਨਹੀਂ ਕੀਤੇ ਜਾਂਦੇ, ਕੋਈ ਪੇਟੈਂਟ ਕੋਈ ਲਾਇਸੈਂਸ ਨਹੀਂ ਲਿੱਤਾ ਜਾਂਦਾ। ਸਿਰਫ ਪ੍ਰੋਡਿਊਸਰਸ ਕੀ ਕਰਦਾ, ਸਮਾਲ ਜਾਂ ਲਾਰਜ ਕੁਆਂਟੀਟੀਜ਼ ਨੂੰ ਬਿਨਾਂ ਕਿਸੇ ਪਰਮਿਸ਼ਨ ਤੇ ਕੀ ਕਰਦਾ, ਪ੍ਰੋਡਿਊਸ ਕਰਦਾ ਹੈ। ਲੀਗਲ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ ਕੋਈ ਸ਼ਰਾਬ ਵਾਲੀ ਫੈਕਟਰੀ ਵੀ ਲੱਗਣੀ ਹੈ ਤਾਂ ਲੀਗਲੀ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਲੇਕਿਨ ਇਲੀਗਲਸ ਦੇ ਵਿੱਚ ਜੋ ਵਰਕ ਹੈ ਉਹ ਇਲੀਗਲੀ ਹੁੰਦਾ, ਜੋ ਗਵਰਨਮੈਂਟ ਦੇ ਅਗੇਂਸਟ ਹੁੰਦਾ। ਤਾਂ ਇਲੀਗਲ ਮਾਰਕੀਟ ਦੇ ਵਿੱਚ ਗਵਰਨਮੈਂਟ ਕਿਸੇ ਵੀ ਟਾਈਮ, ਚਲੋ ਆਪਾਂ ਦੋ ਨੰਬਰੀ ਮਾਰਕੀਟ ਬਾਜ਼ਾਰ ਬੋਲ ਸਕਦੇ ਹਾਂ, ਕਿਸੇ ਵੀ ਟਾਈਮ ਇਲੀਗਲ ਮਾਰਕੀਟ ਦੇ ਅਗੇਂਸਟ ਜੋ ਆਪਣੀ ਗਵਰਨਮੈਂਟ ਹੈ ਉਹ ਐਕਸ਼ਨ ਲੈ ਸਕਦੀ ਆ। ਤਾਂ ਇਹ ਦੋ ਟਾਈਪਸ ਦੇ ਮਾਰਕੀਟਸ ਨੇ ਜੋ ਲਾਅ ਤੇ ਬੇਸ ਤੇ ਨੇ, ਲੀਗਲ ਐਂਡ ਇਲੀਗਲ ਮਾਰਕੀਟਸ। ਇਲੀਗਲ ਤੇ ਇਲੀਗਲ ਮਾਰਕੀਟਸ ਨਾਲ ਦੀ ਨਾਲ ਬਾਜ਼ਾਰ ਦੇ ਵਿੱਚ ਕੀ ਨੇ, ਚੱਲਦੇ। ਇਹ ਸੀਗੀ ਆਪਣੀਆਂ 5 ਜੋ ਟਾਈਪਸ ਸੀਗੀਆਂ। ਸਭ ਤੋਂ ਪਹਿਲਾਂ ਪਰਫੈਕਟ ਕੰਪੀਟੀਸ਼ਨ, ਉਸ ਤੋਂ ਬਾਅਦ ਸੀਗਾ ਆਪਣਾ ਮੋਨੋਪੋਲਿਸਟਿਕ ਕੰਪੀਟੀਸ਼ਨ, ਮੋਨੋਪੋਲੀ, ਓਲੀਗੋਪੋਲੀ ਐਂਡ ਡਿਊਓਪੋਲੀ। ਉਸ ਤੋਂ ਬਾਅਦ ਆਪਣਾ ਨੈਕਸਟ ਟੌਪਿਕ ਆਉਂਦਾ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਪਰਫੈਕਟ ਕੰਪੀਟੀਸ਼ਨਸ, ਜੋ ਆਪਾਂ ਨੈਕਸਟ ਟੌਪਿਕ ਦੇ ਵਿੱਚ ਕਰਾਂਗੇ। ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਕਿ ਪ੍ਰਾਈਸ ਡਿਟਰਮੀਨੇਸ਼ਨ ਕਿਵੇਂ ਹੁੰਦਾ। ਜੋ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਪੜ੍ਹਿਆ ਜਿਹਦੇ ਵਿੱਚ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਨੇ, ਬਾਇਰਸ ਤੇ ਸੈਲਰ ਹੁੰਦੇ ਨੇ, ਉਹ ਕਿਸੇ ਵੀ ਪ੍ਰੋਡਕਟ ਦਾ ਜਿਹੜਾ ਹੋਮੋਜੀਨੀਅਸ ਪ੍ਰੋਡਕਟ ਉਹਦਾ ਪ੍ਰਾਈਸ ਕਿੱਦਾਂ ਫਿਕਸ ਕਰਦੇ ਨੇ ਤੇ ਉਹ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੁੰਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਫਿਟ, ਨਾਰਮਲ ਪ੍ਰੋਫਿਟ, ਸੁਪਰ ਨਾਰਮਲ ਪ੍ਰੋਫਿਟ ਐਂਡ ਲਾਸ ਉਹ ਸਫਰ ਕਰਦੇ ਨੇ, ਠੀਕ ਹੈ। ਤੇ ਟਾਈਮ ਐਲੀਮੈਂਟ, ਸ਼ਾਰਟ ਪੀਰੀਅਡ ਤੇ ਲੌਂਗ ਪੀਰੀਅਡ ਦੇ ਵਿੱਚ ਇਕੁਇਲਿਬਰੀਅਮ ਇਨ ਦਾ ਪੈਰੀਸ਼ੇਬਲ ਐਂਡ ਡਿਊਰੇਬਲ ਗੁੱਡਸ ਦੇ ਕੇਸ ਦੇ ਵਿੱਚ। ਇਹ ਆਪਾਂ ਸਾਰਾ ਕੁਝ ਨੈਕਸਟ ਟੌਪਿਕਸ ਦੇ ਵਿੱਚ ਕਰਾਂਗੇ, ਠੀਕ ਹੈ। ਪਰਫੈਕਟ ਕੰਪੀਟੀਸ਼ਨ ਨੂੰ ਡਿਟੇਲ ਦੇ ਵਿੱਚ। ਤਦ ਤੱਕ ਧੰਨਵਾਦ।